ਆਪਾਂ ਦੇ ਕਤਲ ਹੋਇਆ ਉਹ ਮਹਾਨ ਜਰਨੈਲ ਜਿਹਦੇ ਸਿੱਖ ਸੰਘਰਸ਼ ਦਾ ਪੇੜ ਫੜਿਆ ਉਹਨਾਂ ਦੀ ਮਹਾਨ ਸ਼ਹੀਦੀ ਦੀ ਸਿੱਖਿਆ ਕਰਨ ਵਾਸਤੇ ਆਪਾਂ ਜਦੋਂ ਕਤਲ ਹੋਇਆ। ਇਸ ਸਮਾਗਮ ਦੀ ਸ਼ੁਰੂਆਤ ਸਾਡੇ ਸਰਕਾਰ ਨੂੰ ਖੰਡ ਕੀਰਤਨੀ ਜਥੇ ਦੇ ਮੁਖੀ ਭਾਈ ਮਨਜੀਤ ਸਿੰਘ ਜੀ ਹੋਣਾ ਵੱਲੋਂ ਸਹਿਜ ਪਾਠ ਕਰਕੇ ਉਹਨਾਂ ਦੇ ਨਿਮਿਤ ਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਆਸਾ ਦੀ ਬਾਤ ਦੇ ਹੋਰ ਅਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਇਹਦੀ ਸ਼ੁਰੂਆਤ ਉਹਨਾਂ ਨੇ ਕੀਤੀ, ਆਪ ਨੇ ਭਾਈ ਪਾਠ ਸਾਰੇ ਸਾਹਮਣੇ ਕੀਤੀ ਹੈ। ਆਪਾਂ ਹੁਣ ਇਸ ਜੋ ਸ਼ਹੀਦੀ ਸਮਾਗਮ ਇਹਨੂੰ ਅੱਗੇ ਵਧਾਉਣ ਵਾਸਤੇ ਜੋ ਪੰਥ ਦੀਆਂ ਸਰਮੌਰ ਜਥੇਬੰਦੀਆਂ ਦੇ ਕੁਝ ਬੁਲਾਰੇ ਸਾਡੇ ਕੋਲ ਪਹੁੰਚ ਚੁੱਕੇ ਆ, ਕੁਝ ਪਹੁੰਚਣ ਵਾਲੇ ਨੇ। 12 ਵਜੇ ਤੱਕ ਇਹ ਮਹਾਨ ਜੋ ਸਮਾਗਮ ਹੈ ਭੱਜ ਜਾਵੇਗਾ। ਇਸ ਵਾਸਤੇ ਆਪਾਂ ਉਸ ਮਹਾਨ ਸ਼ਹੀਦ ਦੀ ਦੇ ਸਮਾਗਮ ਵਿੱਚ ਇਕੱਤਰ ਹੋਏ ਹਾਂ। ਕੋਈ ਇੱਕ ਜਾਣ ਦੀ ਕੋਸ਼ਿਸ਼ ਨਾ ਕਰਿਓ। ਇਹ ਹਾਲ ਵੀ ਆਪਾਂ ਬੈਠ ਕੇ ਪੜ੍ਹੇ ਇਕੱਤਰ ਨਾਲ ਆਪਾਂ ਜੁੜ ਕੇ ਉਸ ਮਹਾਨ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ ਤੇ ਪੰਥਕ ਬੁਲਾ ਰਿਹਾ ਅਤੇ ਹੋਰ ਜਿੰਨੇ ਵੀ ਵੀਰ ਮੇਰੇ ਆਏ ਆ ਉਹਨਾਂ ਦੇ ਵਿਚਾਰ ਸਰਵਣ ਕਰ ਰਹੇ ਆ ਤੇ ਸੰਘਰਸ਼ ਬਾਰੇ ਜੋ ਆਓ ਮੇਰੇ ਵੀਰ ਨਵੇਂ ਆ ਸਾਰੇ ਸੁਣਨ ਵਾਸਤੇ ਜੋ ਇਕੱਤਰ ਹੋਏ ਹੋ ਉਹ ਤੁਹਾਨੂੰ ਦੱਸਣਗੇ। ਆਪਣੇ ਵੀਰ ਸੁਖਦੇਵ ਸਿੰਘ ਜਹੇਦਾਰ ਜੀ ਦੀਆਂ ਕੁਰਬਾਨੀਆਂ ਜੋ ਉਹਨਾਂ ਨੇ ਕੀਤੀਆਂ ਨੇ ਉਹ ਦੱਸਣਗੇ ਉਹਨਾਂ ਬਾਰੇ। ਅੱਜ ਆਪਾਂ ਸਾਡੇ ਕੋਲੋਂ ਮੈਂ ਪਹਿਲਾਂ ਦੱਸ ਦਿਆਂ ਕਿ ਸਾਡੇ ਸ਼ਹੀਦ ਪਰਿਵਾਰਾਂ ਨੂੰ ਵੀ ਸਨਮਾਨਿਤ ਕਰਾਂਗੇ। ਉਹ ਪਿੱਛੇ ਸਾਡਾ ਇੱਕ ਸਿੰਘ ਬੈਠਾ ਆ ਸ਼ਹੀਦ ਪਰਿਵਾਰ ਜੋ ਆਉਂਦੇ ਨੇ ਉਹ ਐਸ ਪਾਸੇ ਦਰਵਾਜ਼ੇ ਉਹਦੇ ਜਾਣ ਕੇ ਤੇ ਆਪਣਾ ਨਾਂ ਦਰਜ ਕਰਵਾਈ ਜਾਣ। ਇਹ ਬੈਠ ਜਿਹੜੀ ਆਪਾਂ ਸ਼ਹੀਦ ਪਰਿਵਾਰਾਂ ਦੀ ਬੈਠ ਆ, ਹਰ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਸਿੱਖ ਦੇ ਸ਼ਹੀਦ ਪ੍ਰਾਪਤ ਕੀਤੀਆਂ ਗਈਆਂ। ਪਰਿਵਾਰਾਂ ਦੇ ਵਿੱਚ 2-2 3-3 4-4 ਸਿੱਖ ਸ਼ਹੀਦ ਹੋਏ ਆ ਤੇ ਅਸੀਂ ਸਾਰਿਆਂ ਦਾ ਆਪਾਂ ਕੋਈ ਉਹਨਾਂ ਦਾ ਮੈਂ ਤੁਹਾਨੂੰ ਪਹਿਲਾਂ ਵਾਰ-ਵਾਰ ਕਈ ਕਿਹਾ ਕਿ ਆਪਾਂ ਸ਼ਹੀਦ ਪਰਿਵਾਰਾਂ ਦਾ ਦੇਣ ਨਹੀਂ ਦੇ ਸਕਦੇ। ਆਪਾਂ ਸ਼ਹੀਦ ਪਰਿਵਾਰਾਂ ਦਾ ਦੇਣ ਨਹੀਂ ਦੇ ਸਕਦੇ। ਸਾਡਾ ਸਿਰ ਉਹਨਾਂ ਗੜੀ ਝੁਕਦਾ, ਅਸੀਂ ਗਰੀਬੜੇ ਕੁਝ ਨਹੀਂ ਕਰ ਸਕਦੇ। ਇਸ ਕਰਕੇ ਆਪਾਂ ਜਿਹੜਾ ਆ ਉਹਨਾਂ ਦਾ ਸਨਮਾਨ ਕਰਨਾ ਆ। ਉਹਨਾਂ ਨੂੰ ਪਤਾ ਲੱਗੇ ਵੀ ਸਾਡੇ ਜੋ ਸਿੱਖ ਸਾਡੇ ਤੋਂ ਬੱਚੇ ਸ਼ਹੀਦ ਹੋਏ ਨੇ ਉਹਨਾਂ ਦੇ ਵਾਰਸ ਸਾਡੇ ਜੀਂਦੇ ਆ। ਅਸੀਂ ਉਹਨਾਂ ਨੂੰ ਯਾਦ ਕਰਨ ਵਾਸਤੇ ਇਕੱਤਰ ਹੋਏ ਆ। ਉਹ ਪਿੱਛੋਂ ਦੀ ਆਣ ਕੇ ਆਪਣੇ ਪਰਿਵਾਰਾਂ ਦੇ ਨਾਂ ਜਿਹੜੇ ਆਉਣ ਕੇ ਦਰਜ ਕਰਾਉਣ, ਉਹਨਾਂ ਨੂੰ ਅਸੀਂ ਸਨਮਾਨ ਜਿੰਨੇ ਜੋ ਕਿ ਹੈ ਕਰਾਂਗੇ। ਇਸ ਵਾਸਤੇ ਸਾਰਿਆਂ ਦੇ ਵਿਚਾਰ ਸਰਵਣ ਕਰਨੇ ਨੇ। ਸਾਡੇ ਕੋਲ ਸਰਮੌਰ ਢਾਡੀ ਜੱਦਾ ਬੀਬੀ ਬਲਵਿੰਦਰ ਕੌਰ ਜੀ ਜੋ ਉਹ ਸਾਡੇ ਕੋਲ ਪਹੁੰਚ ਚੁੱਕੇ ਆ। ਉਹ ਤਕਰੀਬਨ 11:30 ਪੌਣੇ 12 ਵਜੇ ਤੱਕ 11:30 ਵਜੇ ਤੱਕ ਉਹ ਆਪਣੇ ਜਿਹੜੇ ਵਿਚਾਰ ਨਿਸ਼ਟਨ ਕੇ ਸਰਵਣ ਕਰਦੇ ਢਾਡੀ ਦਾ ਮਹਾਰਾਜ। ਬਾਕੀ ਜਿਹੜੇ ਢਾਡੀ ਵੀਰ ਮੇਰੇ ਇਕੱਠੇ ਹੋਏ ਆ ਜਾਂ ਬੀਬੀ ਜਿਹੜੇ ਇਕੱਠੇ ਹੋਏ ਆ, ਸਾਡੇ ਕੋਲ ਸਮਾਂ ਸੀਮਤ ਆ, ਅਸੀਂ ਸਮਾਂ ਨਹੀਂ ਦੇ ਸਕਦੇ। ਇਸ ਵਾਸਤੇ ਉਹਨਾਂ ਨੂੰ ਅਸੀਂ ਵੈਸੇ ਉਹਨਾਂ ਦਾ ਅਸੀਂ ਸਤਿਕਾਰ ਮਾਨਿਤ ਕਰਾਂਗੇ ਜ਼ਰੂਰ, ਲੇਕਿਨ ਸਾਡੇ ਕੋਲ ਸਮਾਂ ਬਹੁਤ ਸੀਮਤ ਹੈ। ਬੁਲਾਰੇ ਜਿਹੜੇ ਆ ਬਹੁਤ ਜ਼ਿਆਦਾ ਪਹੁੰਚਣ ਵਾਲੇ ਆ ਤੇ ਉਹਨਾਂ ਦੇ ਵਿਚਾਰ ਵੀ ਆਪਾਂ ਸੁਣਨੇ ਆ ਤੇ ਅਸੀਂ ਹੱਥ ਜੋੜ ਕੇ ਉਹਨਾਂ ਕੋਲ ਬੇਨਤੀ ਹੱਥ ਜੋੜ ਕੇ ਬੇਨਤੀ ਕਰਦੇ ਕਿ ਅਸੀਂ ਤੁਹਾਡੇ ਕੋਲ ਮਾਫੀ ਮੰਗਦੇ ਆ ਤੇ ਅਸੀਂ ਤੁਹਾਨੂੰ ਸਮਾਂ ਨਹੀਂ ਦੇ ਸਕਦੇ ਕਿਉਂਕਿ ਸਮਾਂ ਬਹੁਤ ਸੀਮਤ ਆ। ਸਾਡੇ ਕੋਲ ਮੈਂ ਪਹਿਲਾਂ ਵੀ ਗੱਲ ਕਹਿ ਚੁੱਕਾ ਵੀ ਜਿਸ ਵੀ ਢਾਡੀ ਕਿਸੇ ਦੇ ਕਮਿਸ਼ਨ ਜੱਥੇ ਨੇ ਸਾਡੇ ਨਾਲ ਇਸ ਸਮਾਗਮ ਤੇ ਬੋਲਣਾ ਹੋਵੇ, ਵਿਚਾਰ ਪੇਸ਼ ਕਰਦੇ ਹੋਣ, ਉਹ 10 ਦਾ ਨੰਬਰ ਇੱਥੇ ਆਪਣਾ ਦਲਜੀਤ ਸਿੰਘ ਜੋ ਪ੍ਰਧਾਨ ਹੈ ਗੋਟਾ ਦਾ ਉਹਦੇ ਕੋਲ ਲੈ ਲੈਣ ਜਾਂ ਕਿਸੇ ਸਾਡੇ ਜਾਣ ਤੋਂ ਮੇਰੇ ਕੋਲ ਲੈ ਲੈਣ। ਸਾਡੇ ਕੋਲੋਂ ਘੱਟੋ ਘੱਟ ਕੇ ਸਮਾਗਮ ਤੋਂ ਪਹਿਲਾਂ 6 ਮਹੀਨੇ ਪਹਿਲਾਂ ਸਾਡੇ ਕੋਲ ਟਾਈਮ ਦਿਆ ਕਰ ਕਿ ਅਸੀਂ ਤੁਹਾਡਾ ਸਾਨੂੰ ਟਾਈਮ ਦਿਓ, ਅਸੀਂ ਤੁਹਾਡੇ ਅੱਗੇ ਆਵਾਂਗੇ। ਇਹ ਬੁਲਾਰੇ ਕੌਡੀਆ ਇਹਨੇ ਤਾਂ ਸਾਨੂੰ ਵੀ ਇੰਨਾ ਟਾਈਮ ਲਿਆ ਵੀ ਅਸੀਂ ਸੁਖਦੇਵ ਸਿੰਘ ਬੱਬਰ ਦੀ ਸ਼ਹੀਦੀ ਦੇ ਉੱਤੇ ਅਸੀਂ ਸਾਨੂੰ ਟਾਈਮ ਦਿਆ। ਇਸ ਵਾਸਤੇ ਇਹਨਾਂ ਨੂੰ ਅਸੀਂ ਟਾਈਮ ਦਿੱਤਾ ਆ। ਮੈਂ ਬਾਰ-ਬਾਰ ਭਾਈ ਨਿਸ਼ਾਨ ਸਿੰਘ ਜੀ ਸਾਡੇ ਸਤਿਕਾਰਯੋਗ ਨੇ, ਉਹ ਵੀ ਆਏ ਨੇ। ਭਾਈ ਤਰਸੇਮ ਸਿੰਘ ਮੰਡ ਉਹ ਵੀ ਸਤਿਕਾਰਯੋਗ ਵੀ ਆਏ ਨੇ। ਪਰ ਇਹਨਾਂ ਦਾ ਪਹਿਲੋਂ ਬੇਨਤੀ ਕੀਤੀ ਕਿ ਸਾਨੂੰ ਪਹਿਲੋਂ ਦੱਸਿਆ ਕਰੋ ਸਾਡੇ ਤਾਂ ਵਸੀਲੇ ਹੈਗੇ ਆ ਸਬਕ ਬਣਾਉਣ ਵਾਸਤੇ। ਮੰਡ ਕੋਲ ਵੀ ਹੈਗੇ ਆ, ਨਿਸ਼ਾਨ ਸਿੰਘ ਕੋਲ ਵੀ ਹੈਗੇ ਆ, ਪਰ ਤੁਸੀਂ ਸਾਡੇ ਕੋਲ ਆਪਣੇ ਵਸੀਲਿਆਂ ਰਾਹੀਂ ਸਾਡੇ ਨਾਲ ਸੰਬੰਧ ਬਣਾ ਲਿਆ ਕਰੋ ਕਿ ਸਾਨੂੰ ਟਾਈਮ ਦਿਓ। ਇੱਥੇ ਟਾਈਮ ਦੇ ਟਾਈਮ ਆ ਕੇ ਤੁਸੀਂ ਸਾਨੂੰ ਜਦੋਂ ਪਹਿਲੋਂ ਤੁਸੀਂ ਆਪ ਵੀ ਸ਼ਰਮਿੰਦੇ ਹੁੰਦੇ ਹੋ ਤੇ ਸਾਨੂੰ ਵੀ ਸ਼ਰਮਿੰਦਾ ਕਰਨਾ। ਇਸ ਵਾਸਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਜੇ ਸਮਾਂ ਹੋਇਆ ਤਾਂ 5-5 ਮਿੰਟ ਤੱਕ ਦੇ ਦਾਂਗੇ, ਜੇ ਨਾ ਹੋਇਆ ਤਾਂ ਅਸੀਂ ਤੁਹਾਡੇ ਤੋਂ ਫਿਰ ਵੀ ਆਪਣੀ ਮਾਫੀ ਮੰਗਦੇ ਆ। ਹੁਣ ਮੈਂ ਬੇਨਤੀ ਕਰਾਂਗਾ ਭਾਈ ਮਹਾਂਵੀਰ ਸਿੰਘ ਨੂੰ ਕਿ ਉਹ ਜਿਹੜੇ ਵੀ ਬੁਲਾਰੇ ਜਾਂ ਜਿਹੜੇ ਭਗਤ ਮਨਜੀਤ ਪ੍ਰੋਫੈਸਰ ਬਲਜਿੰਦਰ ਸਿੰਘ ਜੀ ਜਾਂ ਅਰਜਨ ਸਿੰਘ ਜੀ ਸ਼ੇਰਗਿੱਲ, ਉਹ ਆਪਣੇ ਜਿਹੜੇ ਉਹਨਾਂ ਦੇ ਮੇਰੇ ਵੀਰ ਜਾਣੂ ਜਿਹੜੇ ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ ਕਿਉਂਕਿ ਇਹ ਇੱਥੇ ਰਹਿੰਦੇ ਆ
ਉਹ ਜਿਹੜੇ ਆਏ ਆ ਉਹਨਾਂ ਦੇ ਨਾਮ ਆ ਵੀ ਸਿੰਘ ਲਿਖਾਈ ਜਾਣ ਤੇ ਉਹ ਨੋਟ ਕਰੀ ਜਾਏ ਸਾਨੂੰ ਟਾਈਮ ਦੇਣ ਵਾਸਤੇ ਉਹਨਾਂ ਦਾ ਸਤਿਕਾਰ ਇਕਮਾਲ ਕਰਨ ਵਾਸਤੇ ਇਹਨਾਂ ਕੋਲ ਲਿਖਾਈ ਜਾਏ। ਪ੍ਰੋਫੈਸਰ ਦਰਸ਼ਕ ਆਪਣਾ ਬਿਰਧ ਸਿੰਘ ਜੀ ਤੇ ਅਜੇ ਸਿੰਘ ਸ਼ੇਰਕੇ ਇਹ ਜਿਹੜੇ ਸਾਡੇ ਸਤਿਕਾਰਯੋਗ ਨੇ ਦੋਨੇ ਇਹ ਆਪਣੇ ਨਾਲ ਲਿਖਾਈ ਜਾਣ। ਬਾਕੀ ਪ੍ਰਦੇਸ਼ ਸਿੰਘ ਜੀ ਬੈਠੇ ਆ ਇਹ ਵੀ ਜੋ ਇਹਨਾਂ ਦੇ ਆਪਣੇ ਸਾਥ ਸੰਬੰਧੀ ਜਾਂ ਕੋਈ ਇਹਨਾਂ ਦਾ ਉਹ ਹੀ ਦੱਸ ਦੇਣ ਸਾਨੂੰ, ਅਸੀਂ ਉਹਨਾਂ ਦਾ ਇਕਮਾਲ ਸਤਿਕਾਰ ਪੂਰਾ ਕਰਾਂਗੇ। ਦੇਖ ਕੇ ਇਹ ਉਹਨਾਂ ਦਾ ਨਾਮ ਆਪਣੇ ਭਾਈ ਵੀ ਜੋ ਸਟੇਜ ਤੱਕ ਦੀ ਸੇਵਾ ਕਰਨਗੇ ਉਹਨਾਂ ਨੂੰ ਲਿਖਾਈ ਜਾਣ ਤੇ ਉਹ ਬਾਅਦ ਵਿੱਚ ਉਹਨਾਂ ਨੂੰ ਇਤਮਾਨ ਸਤਿਕਾਰ ਦਿਆਂਗੇ, ਸਤਿਕਾਰ ਕਰਾਂਗੇ ਉਹਨਾਂ ਦਾ ਜਿਹੜੇ ਸਾਡੇ ਸੱਦੇ ਉੱਤੇ ਜਿਹੜੇ ਪਹੁੰਚੇ ਆ ਤੇ ਜਿਨ੍ਹਾਂ ਨੇ ਸਾਡੀਆਂ ਅੜ ਕੇ ਰੌਣਕਾਂ ਨੂੰ ਵਧਾਇਆ ਆ। ਹੁਣ ਮੈਂ ਬਾਰ-ਬਾਰ ਉਹੀ ਗੱਲਾਂ ਕਰਾਂ, ਮੈਂ ਬੀਬੀ ਬਲਵਿੰਦਰ ਕੌਰ ਜੀ ਨੂੰ ਕਿ ਉਹ ਆਪਣੇ ਸਟੇਜ ਤੇ ਆਉਣ ਤੇ ਆਪਣੀ ਸੇਵਾ ਜਿਹੜੀ ਉਹ ਸੰਗਤਾਂ ਨੂੰ ਨਿਭਾ ਕਰਨ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 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 ਜੀ चढ़दियां कला दे वाला जीवन जी के दुष्टां सोते ना सकन। आओ गुरु प्यारे सतगुरु कृपा कर सानू साडे हक मिल जाण। भाई साहब भाई पाल सिंह जी फ्रांस इधर सिंह साहब बैठे ने साडे इलाके विच ढंडोवाल भाजी होरां दे घर एक दिन असीं मीटिंग रखी सी कि असीं अपने हक किवें लैणे ने। जिवें किसान वीर दिल्ली की धरती ते बैठे सी ते जित हासिल करके आए सी, आओ मैं भी एक अपील करन लगा हाँ उन्ना चिर कित्थों इन्हां बंदी सिंह छड्डने जिन्ना चिर तक कोई मोर्चा नहीं लगता जी। वैर कट्टने लाउणा पैना खालसा दी मोर्चा ओ तां कित्थों बंदी सिंह छड्डने लाउणा पैना खालसा दी मोर्चा ओ तां कित्थों बंदी सिंह छड्डने। लाउणा पैना खालसा दी मोर्चा ओ तां कित्थों बंदी सिंह छड्डने लाउणा पैना खालसा दी मोर्चा ओ तां कित्थों बंदी सिंह छड्डने। निजी हिता चढ़दी कला का सबूत देंदे हुए सारे माई भाई इकोड़ा फिर निहंग सिंह का दौड़ा चेते कर दिए। दिल्ली तक पड़ गएगी खालसे की फौज छतर चलेगा शीश पे बहुत करीबी मौत। मैया दुल्हन की खिमा वाहिगुरू जी का खालसा वाहिगुरू जी की फतह।
ਸਾਰੀਆਂ ਸਿੱਖ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨ ਗਿਆਨੀ ਹੀਰਾ ਸਿੰਘ ਜੀ ਉਹਨਾਂ ਵੱਲੋਂ ਸਤਿਕਾਰ ਆਇਆ ਤੇ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਦੀ ਸਮੁੱਚੀ ਕਵਰੇਜ ਕਰਦੇ ਸਾਰੇ ਵੀਰਾਂ ਦਾ ਧੰਨਵਾਦ। ਸਮੁੱਚੇ ਪੰਥ ਦਰਦੀ ਸ਼ਖਸੀਅਤਾਂ ਦਾ ਹਵਾਲਾ ਕਮੇਟੀ ਦਾ ਸਮੁੱਚੇ ਜਿਹੜੇ ਅਖੰਡ ਕੀਰਤਨੀ ਜਥੇਵਾਲੇ ਸਿੰਘ ਹੈ ਸਾਰਿਆਂ ਦਾ ਧੰਨਵਾਦ। ਭਾਜੀ ਸੁਰਿੰਦਰਪਾਲ ਸਿੰਘ ਜੀ ਕਾਲਪੁਰਾ ਸਾਹਿਬ, ਵੀਰ ਸਰਬਜੀਤ ਸਿੰਘ ਜੀ ਘੁੰਮਣ ਸਾਹਿਬ, ਸਟੇਜ ਦੇ ਸੰਚਾਲਕ ਸਰਦਾਰ ਮਹਾਂਵੀਰ ਸਿੰਘ ਜੀ ਹੋਣੀ, ਸਾਰੀਆਂ ਸਿੱਖ ਸੰਗਤਾਂ ਦਾ, ਸਾਰੀਆਂ ਸ਼ਖਸੀਅਤਾਂ ਦਾ, ਸਰਦਾਰ ਸੁਰਜੀਤ ਸਿੰਘ ਜੀ ਪੂਰਾ ਸਾਹਿਬ ਉਹਨਾਂ ਦਾ ਧੰਨਵਾਦ ਕਰਦੇ ਹਾਂ। ਸਰਦਾਰਾ ਸਿੰਘ ਜੀ ਸਭਰਾ ਸਾਹਿਬ ਉਹਨਾਂ ਵੱਲੋਂ ਸਤਿਕਾਰ ਆਇਆ ਹੈ। ਸਬਬ ਬਣਿਆ ਫਿਰ ਕਿਤੇ ਆਪ ਜੀ ਦੇ ਦੀਦਾਰ ਕਰਾਂਗੇ। ਮਨ ਦੇ ਵਲੂਲੇ ਸਨ ਕਿਉਂਕਿ ਪਿਛਲੀ ਤੋਂ ਪਿਛਲੀ ਵਾਰ ਵੀ ਕੁਝ ਸਬਬ ਵੀ ਇਵੇਂ ਦਾ ਸੀ ਕਿ ਇਸ ਪ੍ਰੋਗਰਾਮ ਨੂੰ ਥੋੜੀ ਜਿਹੀ ਢਿੱਲ-ਮੱਠ ਹੋਣ ਕਾਰਨ ਇਹ ਕਵਿਤਾ ਵਿਸ਼ੇਸ਼ ਤੌਰ ਤੇ ਉੱਤੇ ਉਸ ਮਰਦ ਦੇ ਜੀਵਨ ਦੇ ਉੱਤੇ ਲਿਖੀ ਗਈ ਸੀ। ਇਹਦੇ ਵਿੱਚ ਸਾਰਾ ਇਤਿਹਾਸ ਉਸ ਮਰਦ ਦੇ ਜੀਵਨ ਦਾ ਆਇਆ ਹੈ। ਆਪ ਸਮੁੱਚਾ ਹੀ ਜਥਾ ਤੁਹਾਡਾ ਆਪਣਾ ਦਾਸ ਤਰਸੀਮ ਸਿੰਘ ਮੰਡ, ਸਾਥ ਦੇ ਰਹੇ ਵੀਰ ਸੁਖਦੇਵ ਸਿੰਘ ਜੀ ਕਲਸੀਆਂ, ਵੀਰ ਗੁਰਪ੍ਰੀਤ ਸਿੰਘ ਜੀ ਕਲਸੀਆਂ, ਵੀਰ ਗੁਰਪ੍ਰੀਤ ਸਿੰਘ ਜੀ ਖੱਟੀਆਂ, ਮੰਡ ਤੇ ਕਲਸੀ ਭਰਾਵਾਂ ਦਾ ਤੁਹਾਡਾ ਆਪਣਾ ਜਥਾ ਆਗਿਆ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਅਰਸੇ ਦੌਰਾਨ ਜਿਹੜਾ ਸੰਘਰਸ਼ ਸਿਖਰ ਤੇ ਪਹੁੰਚਿਆ ਉਸ ਦਾ ਆਰੰਭ ਦੇਹਧਾਰੀ ਗੁਰੂ ਬੰਬ ਤੇ ਖਾਲਸਾ ਪੰਥ ਤੇ ਹਮਲੇ ਤੋਂ ਸ਼ੁਰੂ ਹੋਇਆ ਸੀ। ਵਿਸਾਖੀ 1978 ਦਾ ਦਿਹਾੜਾ ਉਸ ਦਿਨ ਨਕਲੀ ਨਿਰੰਕਾਰੀਆਂ ਨੇ ਬਾਦਲ ਸਰਕਾਰ ਤੋਂ ਪ੍ਰਵਾਨਗੀ ਲੈ ਕੇ ਸਿੱਖਾਂ ਦੇ ਪਵਿੱਤਰ ਨਗਰ ਅੰਮ੍ਰਿਤਸਰ ਵਿਖੇ ਆਪਣਾ ਸੰਮੇਲਨ ਰੱਖਿਆ। ਦੂਜੇ ਪਾਸੇ ਇਸ ਪਾਸੇ ਅਜੀਤ ਨਗਰ ਵਿੱਚ ਅਖੰਡ ਕੀਰਤਨੀ ਜਥੇ ਦਾ ਸਮਾਗਮ ਚੱਲ ਰਿਹਾ ਸੀ। ਸੰਤ ਜਰਨੈਲ ਸਿੰਘ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੂਹ ਵਿੱਚ ਸਨ। ਜਦ ਉਹਨਾਂ ਨੇ ਵੇਖਿਆ ਕਿ ਨਗਰੀ ਨਿਰੰਕਾਰੀਆਂ ਦੇ ਇਸ਼ਤਿਹਾਰ ਪਰਕਰਮਾਂ ਦੇ ਵਿੱਚ ਦਰਬਾਰ ਸਾਹਿਬ ਸਮੂਹ ਦੇ ਵਿੱਚ ਵੀ ਲੱਗੇ ਹੋਏ ਹਨ ਤੇ ਉਹਨਾਂ ਵਿੱਚ ਰੋਹ ਜਾਗਿਆ। ਉਹਨਾਂ ਨੇ ਪਹਿਲਾਂ ਮੰਜੀ ਸਾਹਿਬ ਅਸੀਂ ਆਪ ਦੀ ਲੜਾਈ ਚੰਗੇ ਤਰੀਕੇ ਨਾਲ ਲੜੀਏ। ਸਾਡੀ ਕੌਮ ਦੇ ਕੋਲ ਬਹੁਤ ਹੀ ਚੰਗੇ ਸੋਹਣੇ ਵਿਚਾਰ ਰੱਖਣ ਵਾਲੇ, ਨੀਤੀਆਂ ਬਣਾਉਣ ਵਾਲੇ ਸਾਡੇ ਭਰਾ ਬੈਠੇ ਆ। ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਵੀ ਮੈਦਾਨ 'ਚ ਆ ਗਈ ਆ। ਦੀਪ ਸਿੱਧੂ ਤੇ ਸਿੱਧੂ ਮੂਸੇਵਾਲੇ ਦੇ ਬਹਾਨੇ ਕੋਈ ਬਹਾਨਾ ਹੀ ਬਣਦਾ ਹੁੰਦਾ। ਅਸੀਂ ਦੇਖਿਆ ਕਿ ਜਿਨ੍ਹਾਂ ਨੌਜਵਾਨਾਂ ਨੂੰ ਅਸੀਂ ਪਿਛਲੇ 35-40 ਸਾਲ ਤੋਂ ਲੱਗੇ ਹੋਏ ਆ ਸਾਰੇ ਆਪੋ ਆਪਣੇ ਢੰਗ ਤਰੀਕਿਆਂ ਨਾਲ, ਉਹਨਾਂ ਨੂੰ ਅਸੀਂ ਘਰਾਂ ਤੋਂ ਨਹੀਂ ਕੱਢ ਸਕੇ ਸੀ। ਉਹ ਕਿਸਾਨ ਸੰਘਰਸ਼ ਤੋਂ ਬਾਅਦ ਚਾਹੇ ਉਹ ਕਾਮਰੇਡਾਂ ਨੇ ਤੋਰਿਆ ਸੰਘਰਸ਼, ਪਰ ਸਾਡੀ ਕੌਮ ਨੂੰ ਇੱਕ ਨੌਜਵਾਨਾਂ ਦਾ ਬੜਾ ਵਧੀਆ ਪੂਰ ਮਿਲ ਗਿਆ। ਉਹਨੂੰ ਸੰਭਾਲੀਏ, ਉਹਨੂੰ ਨੇੜੇ ਲਾਈਏ ਤੇ ਕੌਮ ਦੀ ਅਗਲੀ ਜਿਹੜੀ ਲੜਾਈ ਆ ਉਹਨੂੰ ਲੜਨ ਲਈ ਨਵੀਆਂ ਨੀਤੀਆਂ, ਨਵੇਂ ਨਿਸ਼ਾਨੇ ਵਿੱਚੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ। ਬੋਲਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। श्री गुरु ग्रंथ साहिब महाराज जी की निकी बोल से जुड़ बैठी साध संगत जी। वाहिगुरू जी का खालसा, वाहिगुरू जी की फतेह। अज आप बब्बर खालसा इंटरनेशनल के मुखी रहे जथेदार सुखदेव सिंह जी होना दे 30वें शहीदी दिहाड़े के मौके ते पातशाह के चरणों के इकट्तर इस संघर्ष के संबंध के बहुत सारे विचार दर्जा बदर्जा बुलारियां ने आप जी के नाल साझे किए हैं। जितों तक जथेदार सुखदेव सिंह जी होना की जिहड़ी गुरु खालसा पंथ के बोलबाले के परफाए सेवा घालना ਉਹਦੇ ਸੰਬੰਧ ਦੇ ਵਿੱਚ ਮੈਂ ਸਮਝਦਾ ਕਿ ਪਾਤਸ਼ਾਹ ਨੇ ਕੁਝ ਰੂਹਾਂ ਘਰੋਂ ਹੀ ਭੇਜੀਆਂ ਇਸ ਕਾਰਜ ਦੇ ਲਈ। ਉਹਨਾਂ ਕੋਲੋਂ ਉਹਨਾਂ ਨੇ ਆਪਣੇ ਹੁਕਮ ਰਜ਼ਾ ਦੇ ਵਿੱਚ ਉਹਨਾਂ ਕੋਲੋਂ ਸੇਵਾ ਲਈ ਔਰ ਕਿਸੇ ਨੇ ਥੋੜਾ ਸਮਾਂ, ਕਿਸੇ ਨੇ ਬਹੁਤਾ ਸਮਾਂ ਇਸ ਖਾੜਕੂ ਲਹਿਰ ਦੇ ਵਿੱਚ ਆਪਣੀ ਸੇਵਾ ਪੰਥ ਨੂੰ ਅਰਪਿਤ ਕੀਤੀ। ਜਥੇਦਾਰ ਸੁਖਦੇਵ ਸਿੰਘ ਜੀ
ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਉਹਨਾਂ ਦੇ ਖਾਸ ਸਿੰਘਾਂ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸ਼ੁਭਾਇਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਗੁਰੂ ਦੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਾ ਹੁਕਮ ਹੈ ਮਰਨ ਮੁਨਸਾ ਸੁਰਾ ਆਖੀਏ, ਜੇ ਹੋਏ ਮਰਨ ਪਰਵਾਣੋ ਸੂਰੇ ਸਹੀ ਆਗੇ ਆਖੀਏ, ਦਰਗੇ ਭਾਵੇਂ ਸਾਚੀ ਮਾਣੋ। ਉਸ ਮਹਾਨ ਸ਼ਹੀਦ ਜਿਹਨੇ ਕਿ ਦਰਗਾਹ ਦੇ ਵਿੱਚ ਆਪਣਾ ਸਥਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ਾਂ ਤੇ ਅਸੀਸਾਂ ਦਾ ਸਦਕਾ ਪ੍ਰਾਪਤ ਕੀਤਾ। ਪੰਚਮ ਪਾਤਸ਼ਾਹ ਜੀ ਸਾਨੂੰ ਗੁਰਬਾਣੀ ਦੇ ਰਾਹੀਂ ਇਹ ਯਕੀਨ ਦਿਵਾਉਂਦੇ ਨੇ, ਰਹਿਣ ਨਾ ਪਾਵੈ ਸੁਰ ਨਰ ਦੇਵਾ, ਊਠ ਸੁਧਾਰੇ ਕਰ ਮਨ ਜਨ ਸੇਵਾ। ਜੀਵਤ ਪੇਖੇ, ਜੀਵਤ ਪੇਖੇ ਜਿਨ ਹਰ ਹਰ ਧਿਆਇਆ, ਸਾਧ ਸੰਗਤ ਨੇ ਦਰਸ਼ਨ ਪਾਇਆ। ਜਿਨ੍ਹਾਂ ਨੇ ਗੁਰੂ ਦੇ ਹੁਕਮ ਦੇ ਅਨੁਸਾਰ ਬਾਣੀ ਅਤੇ ਬਾਣੇ ਨੂੰ ਧਾਰਨ ਕਰਕੇ ਵੱਧਦੇ ਗੁਰੂ ਨਾਨਕ ਵਾਸਤੇ ਆ ਗਏ। ਰਾਤ ਦੇ 9-10 ਵੱਜ ਚੁੱਕੇ ਸੀ। ਭਾਈ ਸੁਖਦੇਵ ਸਿੰਘ ਜੀ ਬੱਬਰ ਨੇ ਕਿਹਾ ਭਾਈ ਮਨਜੀਤ ਸਿੰਘ ਤੇ ਦਾਸ ਨੂੰ ਤੇ ਭਾਈ ਕਾਉਲ ਸਿੰਘ ਜੀ ਨੂੰ ਕਿ ਅਸੀਂ ਤਾਂ ਹਕੂਮਤ ਦੇ ਵਿਰੁੱਧ ਜੰਗ ਲੜ ਰਹੇ ਹਾਂ ਤੇ ਦੁਸ਼ਮਣ ਅੱਗੇ ਹੀ ਪ੍ਰਚਾਰ ਕਰ ਰਿਹਾ ਵੀ ਖੰਡ ਕੀਰਤਨੀ ਤੇ ਦਮਦਮੀ ਟਕਸਾਲ ਦੇ ਵਿੱਚ ਫੁੱਟਿਆ। ਜੇ ਅੱਜ ਦੀ ਰਾਤ ਤੁਸੀਂ ਸਾਡੇ ਕੋਲ ਰਹਿ ਗਏ, ਇਹ ਜਿਹੜੀ ਵਿੱਤ ਹੋਰ ਵਧੂਗੀ। ਤੇ ਮੇਰੀ ਬੇਨਤੀ ਤੋਂ ਮੈਂ ਹੱਥ ਜੋੜ ਕੇ ਆ ਕਿ ਆਪਾਂ ਏਕਤਾ ਕਰਨੀ, ਆਪਾਂ ਨੇੜਤਾ ਪੈਦਾ ਕਰਨੀ ਆ। ਮੇਰੇ ਵੱਲੋਂ ਸੰਤਾਂ ਨੂੰ ਫਤਿਹ ਬੁਲਾਇਓ ਤੇ ਤੁਸੀਂ ਅਕਾਲ ਤਖਤ ਸਾਹਿਬ ਤੇ ਵਾਪਸ ਚਲੇ ਜਾਓ। ਮੈਂ ਭਾਈ ਮਨਜੀਤ ਸਿੰਘ ਜੀ, ਭਾਈ ਕਾਬਲ ਸਿੰਘ, ਉਹਨਾਂ ਦੇ ਨਾਲ ਇੱਕ ਦੋ ਹੋਰ ਸਿੰਘ ਸੀ, ਅਸੀਂ ਉਸੇ ਤਰ੍ਹਾਂ ਹੀ ਉਹਨਾਂ ਨੂੰ ਸੰਤਾਂ ਮਹਾਂਪੁਰਖਾਂ ਦੇ ਕੋਲ ਖੜਿਆ ਤੇ ਭਾਈ ਸੁਖਦੇਵ ਸਿੰਘ ਜੀ ਬੱਬਰ ਦਾ ਸੁਨੇਹਾ ਦਿੱਤਾ ਕਿ ਆਪਾਂ ਨੇੜਤਾ ਪੈਦਾ ਕਰਦੇ ਹਾਂ। ਖਾਲਸਾ ਜੀ ਇਸੇ ਤਰ੍ਹਾਂ ਹੀ ਲੜਾਈ ਚੱਲ ਰਹੀ 6 ਜੂਨ 1984 ਵਾਲੀ 2:30 ਵਜੇ ਪਾਣੀ ਵਾਲੀ ਟੈਂਕੀ ਤੇ ਜਿੱਥੇ ਸਾਡਾ ਮੋਰਚਾ ਸੀ ਉਹ ਟੁੱਟੀ ਆ। ਉਸੇ ਮੌਕੇ ਬੱਬਰ ਖਾਲਸਾ ਦੇ ਕੋਲੋਂ ਜਿਹੜਾ ਵਾ ਅਸਲਾ ਥੋੜਾ ਜਿਹਾ ਖਤਮ ਹੋਇਆ ਤੇ ਭਾਈ ਸੁਖਦੇਵ ਸਿੰਘ ਬੱਬਰ ਨੇ 2:30 ਵਜੇ ਦਾ ਟਾਈਮ ਆ ਅਕਾਲ ਤਖਤ ਸਾਹਿਬ ਤੇ ਬੱਬਰਾਂ ਦੇ ਸਿੰਘ ਭੇਜੇ ਆ। ਸੰਤਾਂ ਕੋ ਆਏ ਆ ਭਾਈ ਅਮਰੀਕ ਸਿੰਘ ਜਰਨਲ ਸਾਹਿਬ। ਲਿਮਿਟਡ ਜਿਹਾ ਸੀਗਾ, ਉੱਥੇ ਸਾਰਾ ਸਿਸਟਮ ਵੀ ਬਹੁਤ ਲਿਮਿਟਡ ਹੁੰਦਾ ਸੀ, ਪਰ ਇਸ ਤਰੀਕੇ ਦੇ ਨਾਲ ਸਾਨੂੰ ਜਿਵੇਂ ਖਬਰ ਮਿਲੀ ਉਸ ਤੋਂ ਬਾਅਦ ਧੜਾਧੜ ਖਬਰਾਂ ਆਈਆਂ, ਬਹੁਤ ਕੁਝ ਫਿਰ ਪਤਾ ਲੱਗਦਾ ਰਿਹਾ। ਸੋ ਇਹ ਸਾਰਾ ਕੁਝ ਅਸੀਂ ਉਸ ਮੌਕੇ, ਜਿਸ ਮੌਕੇ ਸਾਨੂੰ ਇਹ ਖਬਰ ਮਿਲੀ, ਸਾਡੇ ਲਈ ਬਹੁਤ ਅਸਹਿ ਸੀ ਆਪਣੇ ਜਥੇਦਾਰ ਸਾਹਿਬ ਦੀ ਇਹ ਖਬਰ ਸੁਣਨਾ। ਪਰ ਕਿਉਂਕਿ ਜੁਝਾਰੂ ਲਹਿਰ, ਖਾਲਿਸਤਾਨ ਦੀ ਲਹਿਰ ਚੱਲ ਰਹੀ ਹੈ ਤੇ ਸ਼ਹਾਦਤਾਂ ਤੇ ਉਹਦੇ ਹੋਣਗੀਆਂ। ਜਿਹੜਾ ਸਿੰਘ ਘਰੋਂ ਤੁਰਿਆ ਕੌਮ ਦੀ ਆਜ਼ਾਦੀ ਲਈ, ਇੱਕ ਦਿਨ ਉਹਨੇ ਸ਼ਹੀਦ ਵੀ ਹੋਣਾ ਹੀ ਹੈ ਦੇਰ ਸਵੇਰ। ਸੋ ਤਕਰੀਬਨ 81 ਤੋਂ 92 ਤੱਕ ਉਹਨਾਂ ਨੇ ਆਪਣੀ ਜਿਹੜੀ ਹਥਿਆਰਬੰਦ ਸੰਘਰਸ਼ ਦੀ ਜਦੋਜਹਿਦ ਕੀਤੀ ਔਰ 11-12 ਸਾਲ ਉਹਨਾਂ ਨੇ ਭਗੌੜੇ ਰਹਿ ਕੇ, ਅੰਡਰਗਰਾਊਂਡ ਰਹਿ ਕੇ ਆਪਣੀ ਲਾਈਫ ਕੱਲੀ ਆਪਣੀ ਲਾਈਫ ਨਹੀਂ, ਪੂਰੀ ਬੱਬਰ ਖਾਲਸਾ ਨੂੰ ਅਗਵਾਈ ਦਿੱਤੀ। ਮੇਰੇ ਮਨ ਦੇ ਵਿੱਚ ਦੋ ਗੱਲਾਂ ਨੇ ਜਿਹੜੀਆਂ ਮੈਂ ਅੱਜ ਕਰਨਾ ਚਾਹੁੰਦਾ। ਇੱਕ, ਬਹੁਤ ਕੁਝ ਬੋਲਿਆ ਲਿਖਿਆ ਜਾ ਰਿਹਾ ਅੱਜ ਕੱਲ੍ਹ ਇਹਨਾਂ ਸਿੰਘਾਂ ਬਾਰੇ, ਜਰਨੈਲਾਂ ਬਾਰੇ, ਸਾਰਿਆਂ ਬਾਰੇ, ਭਾਈ ਪਰਮਜੀਤ ਸਿੰਘ ਬਾਰੇ, ਭਾਈ ਮਨਜੀਤ ਬਾਰੇ, ਭਾਈ ਸੁਖਦੇਵ ਸਿੰਘ ਬਾਰੇ, ਅਲੱਗ-ਅਲੱਗ ਤਰ੍ਹਾਂ ਨਾਲ। ਜਿਵੇਂ ਮਨਜੀਤ ਸਿੰਘ ਭੋਮਾ ਉਹਨਾਂ ਨੇ ਵੀ ਗੱਲਾਂ ਕੀਤੀਆਂ, ਉਹ ਗੱਲਾਂ ਬਾਰ-ਬਾਰ ਉਹੀ ਰਿਪੀਟ ਹੁੰਦੀਆਂ ਨੇ। ਸੰਜੇ ਨੈਲ ਸਿੰਘ ਨਾਲ ਉਹਨਾਂ ਦੇ ਵੱਖਰੇ ਨੇ। 1984 'ਚੋਂ ਦਰਬਾਰ ਸਾਹਿਬ ਹਮਲੇ ਵੇਲੇ ਚਲੇ ਕਿਉਂ ਗਏ, ਬਾਅਦ ਵਿੱਚ ਉਹਨਾਂ ਦੇ ਜੀਵਨ ਬਾਰੇ ਹੋਰ ਬਹੁਤ ਸਾਰੀਆਂ ਗੱਲਾਂ। ਹੱਥ ਪਾਸੇ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪਿੰਡ ਦਾਸੂਵਾਲ ਵਿਖੇ
30ਵਾਂ ਸ਼ਹੀਦੀ ਸਮਾਗਮ ਸ਼ਹੀਦ ਭਾਈ ਸੁਖਦੇਵ ਸਿੰਘ ਜੀ ਬੱਬਰ ਜੀ ਦਾ ਮਨਾਇਆ ਜਾ ਰਿਹਾ। ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਭਾਈ ਮਨਜੀਤ ਸਿੰਘ ਜੀ ਸਾਡੇ ਕੋਲ ਇੱਥੇ ਪਹੁੰਚੇ ਨੇ। ਸੋ ਅੱਜ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਭਾਈ ਮਨਜੀਤ ਸਿੰਘ ਜੀ ਅੱਜ ਦੇ ਇਸ ਸ਼ਹੀਦੀ ਦਿਹਾੜੇ ਉੱਤੇ ਕੀ ਕਹਿਣਗੇ, ਕੀ ਕਹਿਣਾ ਚਾਹੁੰਦੇ ਆ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਜੱਦਰ ਸਾਹਿਬ, ਅੱਜ ਇੱਥੇ ਭਾਈ ਸੁਖਦੇਵ ਸਿੰਘ ਬੱਬਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ, ਉਹਦੇ ਸੰਬੰਧੀ ਆਪ ਜੀ ਕੀ ਕਹਿਣਾ ਚਾਹੁੰਦੇ। ਮੇਰੇ ਮਿੱਤਰ ਸਾਹਿਬ ਜੀ ਅਸੀਂ 84 ਤੋਂ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਇਕੱਠੇ ਰਹੇ ਹਾਂ ਔਰ ਉਸ ਤੋਂ ਬਾਅਦ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਉਸ ਟਾਈਮ ਤੇ ਇਹ ਆਪਣੇ ਬੱਬਰ ਸਿੰਘ ਜਿਹੜੇ ਇਹ ਬੜੀ ਲੜਾਈ ਲੜਦੇ ਰਹੇ, ਪਰ ਇਹ ਸ਼ਾਮ ਨੂੰ ਆਪਣੀ ਨੀਤੀ ਦੇ ਅਨੁਸਾਰ ਜਿਹੜੇ ਉੱਥੋਂ ਚਲੇ ਗਏ ਸਨ ਔਰ ਅਸੀਂ 6 ਤਰੀਕ ਨੂੰ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ 'ਚ ਖੜੇ ਗਏ ਔਰ ਉਸ ਤੋਂ ਬਾਅਦ ਜੋਧਪੁਰ ਜੇਲ੍ਹ 'ਚ ਮਿਲਟਰੀ ਕੈਂਪਾਂ 'ਚ ਔਰ ਇਸੇ ਤਰ੍ਹਾਂ ਆਪਣਾ ਨਾਭੇ ਦੀ ਜੇਲ੍ਹ, ਪਟਿਆਲੇ ਦੀ ਜੇਲ੍ਹ, ਸੰਗਰੂਰ ਦੀ ਜੇਲ੍ਹ, ਬਠਿੰਡੇ ਦੀ ਜੇਲ੍ਹਾਂ ਵਿੱਚ ਰਹੇ ਤੇ ਬਾਅਦ ਜੋਧਪੁਰ ਜੇਲ੍ਹ 'ਚ ਰਹੇ ਔਰ ਇਹ ਬਾਅਦ ਵਿੱਚ ਵੀ ਅਸੀਂ ਤਾਂ ਜੇਲ੍ਹਾਂ 'ਚ ਫੜੇ ਗਏ। ਇਹ ਬਾਅਦ ਵਿੱਚ ਇਸ ਸੰਘਰਸ਼ ਵਿੱਚ ਬਹੁਤ ਵੱਡੀਆਂ ਕੁਰਬਾਨੀਆਂ ਭਾਈ ਸੁਖਦੇਵ ਸਿੰਘ ਨੇ ਕੀਤੀਆਂ ਨੇ ਔਰ ਕਾਫੀ ਦੇਰ ਮਤਲਬ ਜਿਹੜਾ ਸੇਵਾ ਕਰਦੇ ਰਹੇ। ਉਸ ਤੋਂ ਬਾਅਦ ਆ ਕੇ ਪਟਿਆਲੇ 'ਚ ਸ਼ਹੀਦ ਹੁੰਦੇ ਉਹਨਾਂ ਦੀ ਅੱਜ ਬਰਸੀ ਆ। ਮੈਂ ਉਹਨਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਵਾਸਤੇ ਧੰਨਵਾਦ ਜੀ। ਇੱਥੇ ਜੀ ਸਾਡੇ ਨਾਲ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਜਿਨ੍ਹਾਂ ਨੇ ਆਪਣੇ ਸ਼ਰਧਾ ਦੇ ਫੁੱਲ ਜਿਹੜੇ ਆ ਉਹ ਹੀ ਆ। ਉੱਥੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਮਜ਼ਦ ਧਰਮ ਪ੍ਰਚਾਰ ਵਿੰਗ ਪੰਜਾਬ ਦੇ ਮੁੱਖ ਸੇਵਾਦਾਰ ਡਾਕਟਰ ਮਨਜੀਤ ਸਿੰਘ ਜੀ ਭੋਮਾ ਸਾਡੇ ਕੋਲ ਇੱਥੇ ਮੌਜੂਦ ਨੇ। ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਦਾ ਸਾਹਿਬ, ਜਿੱਥੇ ਅੱਜ ਤੁਸੀਂ ਇੱਥੇ ਸੁਖਦੇਵ ਸਿੰਘ ਬੱਬਰ ਜੀ ਹੁਣਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਅੱਜ ਆਏ ਹੋ, ਅੱਜ ਇਸ ਦਿਹਾੜੇ ਦੇ ਉੱਤੇ ਕੀ ਕਹਿਣਾ ਚਾਹੋਗੇ। ਅੱਜ ਤਰਨਤਾਰਨ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਜੋ ਅਮਰ ਸ਼ਹੀਦ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਬੱਬਰ ਦਾ ਜੱਦੀ ਪਿੰਡ ਆ, ਉਹਨਾਂ ਦੇ ਪਿੰਡ ਉਹਨਾਂ ਦੀ 30ਵੀਂ ਬਰਸੀ ਤੇ ਅੱਜ ਸਮੁੱਚੇ ਪੰਥ ਦੇ ਜਿਹੜੇ ਜਰਨੈਲ ਨੇ ਜਿਨ੍ਹਾਂ ਸਿੱਖ ਸੰਘਰਸ਼ ਦੀ ਸੇਵਾ ਕੀਤੀ ਆ, ਉਹ ਸਾਰੇ ਭਾਈ ਸੁਖਦੇਵ ਸਿੰਘ ਬੱਬਰ ਜੀ ਨੂੰ ਅੱਜ ਇੱਥੇ ਸ਼ਰਧਾ ਦੇ ਫੁੱਲ ਭੇਟ ਕਰਨ ਆਏ। ਇਸ ਮੌਕੇ ਮੈਂ ਸਿੱਖ ਨੌਜਵਾਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਭਾਈ ਸੁਖਦੇਵ ਸਿੰਘ ਬੱਬਰ ਜਾਂ ਪੰਥ ਦੇ ਹੋਰ ਜਰਨੈਲਾਂ ਦਾ ਹਥਿਆਰਬੰਦ ਸੰਘਰਸ਼ ਹੀ ਨਾ ਇਕੱਲਾ ਵੇਖਣ, ਦੂਸਰਾ ਪਾਸਾ ਵੀ ਵੇਖਣ। ਉਹ ਸਭ ਤੋਂ ਪਹਿਲਾਂ ਉਹਨਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਥਿਆ ਕੀਤੀ, ਨਿਤਨੇਮ ਕਰਦੇ ਸਨ, ਸ਼ਾਮ ਨੂੰ ਰਹਿਰਾਸ ਸਾਹਿਬ ਕਰਦੇ ਸਨ ਤੇ ਉਹਨਾਂ ਨੇ ਆਪਣੇ ਆਲੇ ਦੁਆਲੇ ਦੇ ਜਿੰਨੇ ਸੰਗੀ ਸਾਥੀ ਸੀ ਸਾਰੇ ਉਹਨਾਂ ਦੇ ਅੰਮ੍ਰਿਤਧਾਰੀ ਉਹਨਾਂ ਦਾ ਜਥਾ ਸੀ। ਅੰਮ੍ਰਿਤਧਾਰੀ ਜਥਾ ਸੀ, ਨਾਲ ਹੀ ਉਹ ਸ਼ਾਮ ਨੂੰ ਸਿੱਖ ਨੌਜਵਾਨਾਂ ਨੂੰ ਗੱਤਕਾ ਸਾਹਿਬ ਦੀ ਟ੍ਰੇਨਿੰਗ ਦਿੰਦੇ ਸੀ। ਜੀ ਜਿੱਥੇ ਤੁਹਾਨੂੰ ਅੱਜ ਦਿੱਲੀ ਕਮੇਟੀ ਵੱਲੋਂ ਧਰਮ ਪ੍ਰਚਾਰ ਵਿੰਗ ਦਾ ਵੀ ਜਥੇਦਾਰ ਨਿਯੁਕਤ ਕੀਤਾ ਆ, ਉਹਦੇ ਉੱਤੋਂ ਤੁਸੀਂ ਕੀ ਅੱਜ ਦੇ ਸਿੱਖ ਨੌਜਵਾਨਾਂ ਨੂੰ ਅੱਜ ਦੇ ਦਿਹਾੜੇ ਤੇ ਕੀ ਕਹਿਣਾ ਚਾਹੋਗੇ ਉਸ ਕਮੇਟੀ ਵੱਲੋਂ। ਦੇਖੋ, ਮੈਂ ਪਹਿਲਾਂ ਹੀ ਇਹ ਗੱਲ ਕਹੀ ਆ ਕਿ ਜਿਸ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ 'ਚ ਧਰਮ ਪ੍ਰਚਾਰ ਦੀ ਇੱਕ ਲਹਿਰ ਸ਼ੁਰੂ ਕੀਤੀ ਆ ਤੇ ਸਾਡੇ ਸਿੱਖ ਨੌਜਵਾਨ ਜਿਹੜੇ ਆ ਉਹਨਾਂ ਨੂੰ ਇਸ ਧਰਮ ਪ੍ਰਚਾਰ ਕਮੇਟੀ ਦੀ ਲਹਿਰ ਨਾਲ ਜੁੜਨਾ ਚਾਹੀਦਾ। ਪਿੰਡਾਂ 'ਚ ਆਪਣੇ ਸਮਾਗਮ ਕਰਾਉਣੇ ਚਾਹੀਦੇ ਆ, ਨਗਰ ਕੀਰਤਨ ਕੱਢਣੇ ਚਾਹੀਦੇ ਆ, ਆਪਣਾ ਗੁਰਮਤਿ ਟ੍ਰੇਨਿੰਗ ਕੈਂਪ ਲਾਉਣੇ ਚਾਹੀਦੇ ਆ, ਸੈਮੀਨਾਰ ਕਰਨੇ ਚਾਹੀਦੇ ਆ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਬਾਣੀ ਬਾਣੇ ਦੇ ਨਾਲ ਜੁੜ ਕੇ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ। ਬਿਲਕੁਲ ਜੀ, ਜਿਸ ਤਰ੍ਹਾਂ ਅੱਜ ਤੁਸੀਂ ਇੱਥੇ ਪਹੁੰਚੇ ਹੋ, 16 ਤਰੀਕ ਨੂੰ ਬਰਗਾੜੀ ਵਿਖੇ ਵੀ ਇੱਕ ਇਕੱਠ ਜਿਹੜਾ ਬੁਲਾਇਆ ਗਿਆ ਕਿ ਉਸ ਦਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਦੇ ਤੌਰ ਤੇ ਤੁਸੀਂ ਪਹੁੰਚੋਗੇ ਜੀ ਉੱਥੇ। ਦੇਖੋ, ਅਸੀਂ ਇਸ ਸੰਬੰਧੀ ਜਿਹੜਾ ਵਾ 1-2 ਦਿਨ ਦੇ ਵਿੱਚ ਢੁਕਵਾਂ ਫੈਸਲਾ ਜਿਹੜਾ ਵਾ ਲਵਾਂਗੇ, ਕਿਉਂਕਿ ਉਹ ਜਿਹੜਾ ਸੰਘਰਸ਼ ਸਾਡੇ ਵੀਰ ਬੈਠੇ ਆ, ਸਾਡੇ ਭਰਾ ਬੈਠੇ ਆ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਬੈਠੇ ਆ, ਜੋ ਸਾਡੇ ਸਿੰਘ ਉੱਥੇ ਸ਼ਹੀਦ ਹੋਏ ਬਾਈਬਲ ਕਲਾ, ਉਹਨਾਂ ਨੂੰ ਇਨਸਾਫ ਦਿਵਾਉਣ ਲਈ ਬੈਠੇ ਆ। ਇਹ ਲੰਮੇ ਸਮੇਂ ਤੋਂ ਬੈਠੇ ਆ। ਜਿੰਨੀ ਦੇਰ ਇਹ ਇਨਸਾਫ ਮਿਲਦਾ ਨਹੀਂ ਆ, ਇਹ ਇਕੱਲੇ ਉਹਨਾਂ ਵੀਰਾਂ ਦਾ ਮਸਲਾ ਨਹੀਂ ਆ, ਸਮੁੱਚੀ ਸਿੱਖ ਕੌਮ ਦਾ ਮਸਲਾ ਵਾ। ਜਿੰਨੀ ਦੇਰ ਉਹ ਇਨਸਾਫ ਨਹੀਂ ਮਿਲਦਾ, ਅਸੀਂ ਉਹਨਾਂ ਵੀਰਾਂ ਦਾ ਡਟ ਕੇ ਸਾਥ ਦੇਵਾਂਗੇ ਤੇ
ਅਸੀਂ ਜ਼ਰੂਰ ਉਹ 16 ਤਰੀਕ ਬਾਰੇ ਜਿਹੜਾ ਵਾ ਜਲਦੀ ਫੈਸਲਾ ਉੱਥੇ ਜਾਣ ਦਾ ਜਿਹੜਾ ਵਾ ਕਰਾਂਗੇ। ਬਿਲਕੁਲ ਜੀ, ਧੰਨਵਾਦ ਜੀ, ਬਹੁਤ ਬਹੁਤ ਜੀ। ਇਹ ਸਨ ਜੀ ਸਾਡੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਯੁਕਤ ਧਾਰਮਿਕ ਪ੍ਰਚਾਰ ਵਿੰਗ ਦੇ ਭਾਈ ਮਨਜੀਤ ਸਿੰਘ ਜੀ ਭੋਮਾ, ਜਿਨ੍ਹਾਂ ਨੇ ਕਿਹਾ ਕਿ ਅਸੀਂ ਜਿਹੜਾ 16 ਤਰੀਕ ਨੂੰ ਬਰਗਾੜੀ ਮੋਰਚਾ ਜਿਹੜਾ ਲੱਗਾ ਹੋਇਆ ਆ ਉਹਦੇ ਵਿੱਚ ਆਪਾਂ ਸ਼ਮੂਲੀਅਤ ਕਰਨ ਲਈ ਆਪਣੀ 1-2 ਦਿਨਾਂ ਦੇ ਵਿੱਚ ਆਪਣੀ ਮੀਟਿੰਗ ਦੇ ਵਿੱਚ ਇਹਦਾ ਫੈਸਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਸੰਘਰਸ਼ ਦੇ ਨੂੰ ਲਾਗੂ ਹੋ ਕੇ ਵਿਚਰਨ ਵਾਲੇ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਪਾਲ ਸਿੰਘ ਜੀ ਫਰਾਂਸ ਅੱਜ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਜੀ ਦੀ 30ਵੀਂ ਸਾਲਾਨਾ ਬਰਸੀ ਦੇ ਉੱਤੇ ਪਹੁੰਚੇ ਨੇ। ਸੋ ਉਹਨਾਂ ਦੇ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਦਰ ਸਾਹਿਬ, ਅੱਜ ਤੁਸੀਂ ਇੱਥੇ ਭਾਈ ਸੁਖਦੇਵ ਸਿੰਘ ਬੱਬਰ ਜੀ ਦੀ ਬਰਸੀ ਉੱਤੇ ਪਹੁੰਚੇ ਹੋ। ਅੱਜ ਇਸ ਬਰਸੀ ਦੇ ਪਹੁੰਚਣ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਕੁਝ ਵੀ ਕਹਿਣ ਤੋਂ ਪਹਿਲਾਂ ਜੀ ਅਕਾਲ ਖਾਲਸਾ ਨਿਊਜ਼ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦੀ ਹਾਂ ਜੀ, ਧੰਨਵਾਦ। ਜਿਹੜੇ ਤੁਸੀਂ ਪ੍ਰਚਾਰ ਕਰ ਰਹੇ ਹੋ। ਮੈਂ ਜਥੇਦਾਰ ਸੁਖਦੇਵ ਸਿੰਘ ਬੱਬਰ ਦੀ ਬਰਸੀ ਤੇ 30ਵੀਂ ਬਰਸੀ ਤੇ ਆਇਆ ਤੇ ਕਹਿਣਾ ਕੀ ਆ, ਮੈਂ ਏਸੀ ਗੱਡੀ 'ਚ ਆਇਆ ਜੀ, ਪੱਖੇ ਕਰਨ ਲੱਗੇ, ਏਸੀ ਕਰਨ ਲੱਗੇ ਹੋਏ ਜਿੱਥੇ ਰਹਿ ਰਹੇ ਨੇ। ਜੀ ਜੀ, ਇੱਕ ਮੈਨੂੰ ਉਦਾਹਰਨ ਆ, ਮੈਨੂੰ ਮਿਲੀ ਕਿਸੇ ਗੁਰਮੁਖ ਪਿਆਰੇ ਦੇ ਉਹਨਾਂ ਦੇ ਸਾਥੀ ਦੀ। ਜੀ ਉਹ ਕਹਿੰਦੇ ਅਸੀਂ ਚੁੱਲ੍ਹੇ ਤੇ ਬੈਠ ਕੇ ਰੋਟੀ ਖਾ ਰਹੇ ਸੀ। ਉਹਨਾਂ ਦੀ ਇੱਕ ਲੜਕੀ ਰਿਸ਼ਤੇਦਾਰ ਆਈ ਹੋਈ ਸੀ। ਉਹ ਕਹਿੰਦੀ ਰਾਤੀ ਮੈਨੂੰ ਨੀਂਦ ਨਹੀਂ ਆਈ। ਘਰਦਿਆਂ ਨੇ ਇਹ ਵੀ ਬੈਠੇ ਸੀ ਕੋਲ ਚੁੱਲ੍ਹੇ ਮੂਹਰੇ, ਜਦੋਂ ਆਪਣੇ ਪਰਿਵਾਰਾਂ 'ਚ ਰਿਵਾਜ ਆ ਚੁੱਲ੍ਹੇ ਦੇ ਮੂਹਰੇ ਬੈਠ ਕੇ ਪ੍ਰਸ਼ਾਦਾ ਛਕਣ ਦਾ। ਉਹ ਕਹਿੰਦੀ ਨੀਂਦ ਮੈਨੂੰ ਤਾਂ ਨਹੀਂ ਆਈ ਵੀ ਮੈਂ ਓਪਰੇ ਘਰ ਆ ਗਈ। ਕਹਿੰਦੇ ਸਾਡਾ ਅੰਦਰ ਹਾਸਾ ਨਿਕਲ ਗਿਆ ਵੀ ਅਸੀਂ ਤਾਂ ਹਰ ਰਾਤ ਹੀ ਓਪਰੇ ਘਰ ਰਹਿੰਦੇ ਹਾਂ। ਪਰ ਮੇਰਾ ਇੱਕ ਸਵਾਲ ਆ ਸਾਰੀ ਸਿੱਖ ਕੌਮ ਨੂੰ, ਨਿਮਰਤਾ ਸਾਹਿਬ, ਵੀ ਸਿੱਖ ਕੌਮ ਚਾਹੇ ਬਜ ਦੀ ਘਾਟ ਆ, ਚਾਹੇ ਨਨਕਾਣਾ ਸਾਹਿਬ ਆ, ਚਾਹੇ ਪੰਜਾ ਸਾਹਿਬ ਆ, ਚਾਹੇ ਗੁਰੂ ਕਾ ਬਾਗ ਹੈ, ਚਾਹੇ ਜਿੰਨੇ ਵੀ ਹੁਣ ਤੱਕ ਦੇ ਸਾਕੇ ਹੋਏ ਨੇ 84 'ਚ ਹੈ, 84 ਨਵੰਬਰ 'ਚ ਹੈ, ਵੀ ਸਿੱਖ ਕੌਮ ਸ਼ਹੀਦ ਹੋਣ ਲਈ ਹੈ ਬਿਲਕੁਲ ਕਿ ਜਾਂ ਕੋਈ ਰਾਹਤ ਮਿਲੂਗੀ। ਉਹਦਾ ਮੈਂ ਕਾਰਨ ਲੱਭਿਆ, ਸਵੈ ਮਾਣ ਤੇ ਅਣਖ ਤੋਂ ਬਿਨਾਂ ਕੋਈ ਵੀ ਲੜਾਈ ਜਿੱਤੀ ਨਹੀਂ ਜਾ ਸਕਦੀ, ਚਾਹੇ ਉਹ ਸ਼ਬਦੀ ਜੰਗ ਹੈ, ਚਾਹੇ ਉਹ ਹਥਿਆਰਬੰਦ ਜੰਗ ਹੈ। ਇਹਨਾਂ ਗੁਰਮੁਖ ਪਿਆਰਿਆਂ ਨੇ ਜਿਨ੍ਹਾਂ ਨੇ ਇਹ ਜੰਗ ਲੜੀ ਹੈ, ਗੁਰਬਾਣੀ ਦੇ ਗੁਰੂ ਗ੍ਰੰਥ ਸਾਹਿਬ ਦੇ 20 ਅੰਕ ਸ਼ਬਦ ਬੜਾ ਸੁਸ਼ੋਭਿਤ, ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਪਤਪਾਲੀ ਲਿਖੇ ਸਾਸਕਰਾ। ਉਹਨਾਂ ਨੇ ਮਰਨ ਦੀ ਪਹਿਲਾਂ ਚਿੰਤਾ ਨਿਕਲੀ। ਜਿਸ ਮਨੁੱਖ ਵਿੱਚ ਮਰਨ ਦੀ ਚਿੰਤਾ ਤੇ ਕੁਛ ਬਣਨ ਦੀ ਆਸ ਆ, ਲਾਲਸਾ, ਕਿ ਮੈਨੂੰ ਲੋਕ ਪ੍ਰਧਾਨ ਸਾਹਿਬ ਕਹਿਣ, ਸੈਕਟਰੀ ਸਾਹਿਬ ਕਹਿਣ, ਖਜ਼ਾਨਚੀ ਸਾਹਿਬ ਕਹਿਣ, ਇਹ ਕਹਿਣ, ਉਹ ਮਨੁੱਖ ਕਦੇ ਕੁਰਬਾਨੀ ਨਹੀਂ ਕਰਦਾ, ਨਾ ਉਹ ਕੌਮ ਦੀ ਆਜ਼ਾਦੀ ਦੀ ਲੜਾਈ ਲੜ ਸਕਦਾ। ਉਹਨਾਂ ਨੇ ਕਿਉਂ ਕੀਤਾ? ਜਦੋਂ ਅਸੀਂ ਵੀ ਗੁਰਬਾਣੀ ਪੜ੍ਹਦੇ ਆ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਹੋਏ, ਜਦੋਂ 5 ਪਿਆਰੇ ਅੰਮ੍ਰਿਤ ਛਕਾਉਂਦੇ ਨੇ, ਪਹਿਲਾਂ ਸਵਾਲ ਕਰਦੇ ਨੇ ਕੀ ਲੈਣ ਆਇਆ? ਮਨੁੱਖ ਕਹਿੰਦਾ ਅੰਮ੍ਰਿਤ ਛਕਣਾ ਆ। ਉਹ ਕਹਿੰਦੇ ਵੀ ਅੰਮ੍ਰਿਤ ਛਕਣੀ ਤੈਨੂੰ ਸੀਸ ਦੇਣਾ ਪੈਣਾ। ਉਹ ਇੱਕ ਫਾਰਮੈਲਿਟੀ ਆ, ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਤੇ ਮਾਰਗ ਪੈਰ ਤੇ ਜੇ ਸਰਦੀ ਜੇ ਕਾਣ ਅਗੇ ਸ਼ਬਦ ਪੜ੍ਹਦੇ ਸਿੱਖ ਕਹਿੰਦਾ ਮੈਂ ਸੀਸ ਦਊਂਗਾ ਲੋੜ ਪਈ ਤੇ। ਹੁਣ ਇਹਨਾਂ ਨੇ ਵੀ ਅੰਮ੍ਰਿਤ ਛਕਿਆ। ਇਹਨਾਂ ਨੇ ਦੇਖਿਆ ਕਿ 1978 'ਚ ਹੋਈ ਤਾਂ ਪਹਿਲਾਂ ਵੀ ਆ, ਵਿਤਕਰਾ ਹੁੰਦਾ ਹੈ ਵੀ 1978 'ਚ ਅਪ੍ਰੈਲ ਵਿਸਾਖੀ ਵਾਲੇ ਦਿਨ ਵੀ ਸਾਡੀ ਗੁਰੂਆਂ ਦੀ ਧਰਤੀ ਤੇ, ਸ਼ਹੀਦਾਂ ਦੀ ਧਰਤੀ ਤੇ ਇੱਕ ਨਕਲੀ ਨਿਰੰਕਾਰੀ 5-7 ਪਿਆਰੇ ਬਣਾ ਰਿਹਾ ਹੈ, ਆਪਣੇ ਆਪ ਨੂੰ ਗੁਰੂ ਖਵਾ ਰਿਹਾ। ਸ਼ਰਮ ਆਉਣੀ ਚਾਹੀਦੀ ਆਪਣੇ ਅੰਦਰ, ਕਿਉਂਕਿ ਉਹਨਾਂ ਨੇ ਜਦੋਂ ਨੂੰ ਇਹਨਾਂ ਦੇ ਚਾਹੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਸਨ, ਚਾਹੇ ਜਥੇਦਾਰ ਫੌਜਾ ਸਿੰਘ ਸਨ, ਚਾਹੇ ਸੁਖਦੇਵ ਸਿੰਘ, ਚਾਹੇ ਹੋਰ ਜਿੰਨੇ ਸਿੰਘ ਸ਼ਹੀਦ ਹੋਏ ਨੇ, ਇਹਨਾਂ ਨੇ ਸੋਚਿਆ ਜਦੋਂ ਗੁਰਬਾਣੀ 'ਚ ਪੜ੍ਹਦੇ ਆ 1380 ਅੰਕ ਤੇ ਸ਼ਬਦ ਆ ਜੀ, ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਬੁਝਣਾ ਦੇ, ਜੇ ਤੂੰ ਐਵੇਂ ਰੱਖਸੀ ਜੀਓ ਸਰੀਰ ਹੁੰਦੇ, ਵੀ ਜੇ ਤੂੰ ਮੈਨੂੰ ਐਵੇਂ ਗੁਲਾਮ ਹੀ ਦਰਦਾ ਦਾ ਬਣਾਉਣਾ, ਮੇਰੇ ਚੋਂ ਜਿੰਦ ਕੱਢ, ਮੈਂ ਨਹੀਂ ਜੀਣਾ। ਇਹਨਾਂ ਨੇ ਸੋਚਿਆ ਸੀ ਤੇ ਗੁਲਾਮ ਕਰਕੇ ਹੋ ਰਿਹਾ ਵੀ ਇੱਕ ਸਟੇਟ ਦਾ CM ਸਿੱਖ ਹੋਵੇ, ਆਪਣੇ ਆਪ ਨੂੰ ਅਖਾਉਂਦਾ, ਆਪਣਾ DC ਸਿੱਖ ਹੋਵੇ, ਉਹ ਨਕਲੀ ਨਿਰੰਕਾਰੀ ਸਿੱਖਾਂ ਦਾ ਇੰਨਾ ਖੂਲ ਡੋਲ ਕੇ ਇਸ ਪਵਿੱਤਰ ਧਰਤੀ 'ਤੇ ਸੇਫ ਚਲੇ ਜਾਏ, ਕਿੱਡੇ ਦੁੱਖ ਦੀ ਗੱਲ ਆ। ਕੋਈ ਉਹਨੂੰ ਸਜ਼ਾ ਨਹੀਂ, ਕੋਈ ਹੋਰ ਨਹੀਂ। ਬੇਸ਼ੱਕ ਸਿੱਖ ਪੰਥ ਨੇ, ਜਥੇਦਾਰ ਰਣਜੀਤ ਸਿੰਘ ਨੇ ਪੰਥਕ ਰਵਾਇਤਾਂ ਅਨੁਸਾਰ ਸਜ਼ਾ ਦਿੱਤੀ, ਪਰ ਜਿਨ੍ਹਾਂ ਨੂੰ ਅਸੀਂ ਪੰਥ ਮੰਨੀ ਬੈਠੇ ਸੀ, ਜਿਸ ਤੱਕੜੀ ਦੇ ਵਿੱਚ ਬਾਬੇ ਨਾਨਕ ਨੇ 13 ਤੋਲਿਆ, 13 ਨਹੀਂ 13 ਵੀ 13 ਹੀ ਆ, ਉਸ ਤੱਕੜੀ 'ਚ ਉਹਨਾਂ ਨੇ ਸਾਰਾ ਪਰਿਵਾਰ ਤੋਲਿਆ।
ਇੱਕ ਬੰਨੇ ਪਰਿਵਾਰ ਦਾ ਜੀ, ਇੱਕ ਬੰਨੇ ਸਾਰਾ ਪੰਥ ਬਿਠਾਤਾ। ਉਸ ਤੱਕੜੀ ਨੂੰ ਅਸੀਂ ਪੰਥ ਮੰਨ ਬੈਠੇ। ਵੱਡੀ ਉਸ ਤੱਕੜੀ ਦੇ ਜਿਹੜਾ ਨੇ ਕਬਜ਼ਾ ਕੀਤਾ ਹੋਇਆ ਸੀ ਲੋਕਾਂ ਨੇ, ਇੱਕ ਪਰਿਵਾਰ ਨੇ, ਉਹਨੂੰ ਅਸੀਂ ਪੰਥ ਮੰਨ ਬੈਠੇ। ਇਹ ਕਾਰਨ ਆ ਸਾਡੀ ਇਹ ਤਰਾਸਦੀ ਹੈ। ਅੱਜ ਵੀ ਸਿੱਖਾਂ ਜੇਲ੍ਹਾਂ, ਜਦੋਂ ਮੈਂ ਜਿੰਨਾ ਕਿ ਮੈਨੂੰ ਜੇਲ੍ਹ ਵਿੱਚ ਜਾਣ ਦਾ ਪਰਮੇਸ਼ਰ ਅਕਾਲ ਪੁਰਖ ਨੇ ਮੌਕਾ ਦਿੱਤਾ, ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ, ਦੱਦਾ ਦੋਸ਼ ਨਾ ਦੇਊ ਕਿਸੇ, ਜੋ ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਲ ਜਾ, ਕਿਸੇ ਨੂੰ ਦੋਸ਼ ਨਹੀਂ। ਮੈਂ ਸੋਚਦਾ ਜੋ ਮੇਰੇ ਭਾਗਾਂ ਸੀ, ਮੈਨੂੰ ਉੱਥੇ ਸਟੱਡੀ ਕਰਨ ਦਾ ਮੌਕਾ ਮਿਲਿਆ, ਸੰਵਿਧਾਨ ਪੜ੍ਹਨ ਦਾ ਮਿਲਿਆ, MA ਪੋਲੀਟੀਕਲ ਸਾਇੰਸ, MA ਹਿਸਟਰੀ ਦੀਆਂ ਕਿਤਾਬਾਂ ਬੁੱਕਾਂ ਪੜ੍ਹਨਾ, ਉੱਥੇ ਪਤਾ ਲੱਗਾ ਸੰਵਿਧਾਨ ਸਾਡਾ ਹੈ ਕੀ। ਇਹ ਸਿੱਖਾਂ ਨੂੰ, ਮਿਨੋਰਟੀਜ਼ ਨੂੰ ਘਸਿਆਰੇ ਬਣਾ ਕੇ, ਗੁਲਾਮ ਬਣਾ ਕੇ ਰੱਖਣ ਦੀ ਇੱਕ ਸਿਸਟਮ ਸੀਗਾ। ਤੇ ਸਿੱਖ ਇਹ ਕਰਕੇ ਇੱਕ ਗੁਲਾਮੀ ਤੋਂ ਨਿਕਲ ਕੇ ਦੂਜੀ ਗੁਲਾਮੀ 'ਚ ਫਸ ਗਏ। ਫਸੇ ਉਹ ਬਹੁਤ ਘੱਟ ਗਿਣਤੀ ਦੇ ਲੋਕ ਨੇ, ਪਰ ਮੈਂ ਉਹਨਾਂ ਦੀ ਦੀਦ ਕਰਦਾ ਇਸ ਕਰਕੇ, ਜਿਨ੍ਹਾਂ ਨੇ ਸਾਨੂੰ ਗੁਲਾਮ ਬਣਾਇਆ ਉਹ 2% ਨਹੀਂ ਸਾਰੇ ਭਾਰਤ ਦੇ। ਉਹਨਾਂ ਨੇ ਕੰਮ ਕੀਤਾ, ਟੁੱਟਾ ਜਾ ਉਹਨਾਂ ਕੋਲ ਝੋਲਾ ਪਾਇਆ ਹੁੰਦਾ, ਤੁਸੀਂ ਸਮਝਦੇ ਕਿਹੜੀ ਕੌਮ ਆ। ਉਹ ਬੋਰੀ ਜਿਹੜਾ ਝੋਲਾ, ਟੁੱਟੀਆਂ ਦੀਆਂ ਚੱਪਲਾਂ, ਟ੍ਰਿਪਲ ਡਬਲ MA ਕੀਤੀਆਂ ਚੱਪਲਾਂ ਪਾ ਕੇ ਤੁਰੇ ਫਿਰਦੇ ਨੇ, ਤਿਆਗ ਵਾ। ਉਹਨਾਂ ਨੇ ਦੇਖਿਆ ਸਾਡੀ 1200 ਸਾਲ ਕੌਮ ਗੁਲਾਮ ਰਹੀ, ਕਿੱਦਾਂ ਆਜ਼ਾਦ ਕਰਾਉਣਾ। ਪਰ ਸਾਡੇ ਲੀਡਰਸ਼ਿਪ ਨੇ ਸਮਝਿਆ ਨਹੀਂ। ਤੁਸੀਂ ਇਹ ਮਾਫੀ ਬਖਸ਼ ਨਹੀਂ, ਜਿਹੜਾ ਮੈਂ ਸ਼ਬਦ ਯੂਜ਼ ਕਰਨ ਲੱਗਾ, ਗੁਰੂ ਗ੍ਰੰਥ ਸਾਹਿਬ ਲਈ ਬਹੁਤ ਸੋਹਣੇ ਚੰਦੋਆ ਚਾਹੀਦਾ, ਬਹੁਤ ਸੋਹਣੀ ਪਾਲਕੀ ਚਾਹੀਦੀ, ਬਹੁਤ ਸੋਹਣਾ ਗੁਰੂ ਚਾਹੀਦਾ। ਪਰ ਬਿਨਾਂ ਵਜ੍ਹਾ ਅਸੀਂ, ਉਹਨਾਂ ਨੇ ਕੰਮ ਕੀਤਾ, ਅਸੀਂ ਉੱਥੇ ਪੱਥਰ ਲਾਤਾ, ਪੱਥਰ ਬਦਲਤਾ, ਸੋਨੇ ਦੀ ਪਾਲਕੀ ਬਣਾਤੀ, 5 ਲੱਖ ਦਾ ਅਸੀਂ ਚੰਦੋਆ ਚੜਾਇਆ, 50,000 ਦਾ ਅਸੀਂ ਰਮਾਨਾ ਚੜਾਇਆ। ਅਸੀਂ ਕੌਮ ਫਸੀ ਇੱਥੇ। ਅਸੀਂ ਉਹ ਜਿਹੜਾ ਉਹਨਾਂ ਨੇ ਕੰਮ ਕਰਨਾ ਸੀ, ਐਜੂਕੇਸ਼ਨ ਤੇ ਯੂਨਿਟੀ, ਉਹਨਾਂ ਨੇ ਉਹਨੂੰ ਅਸੀਂ ਤਰਜੀਹ ਨਹੀਂ ਦਿੱਤੀ। ਇਹ ਕਰਕੇ ਸਾਨੂੰ ਮਾਰ ਪਈ। ਤੇ ਸਿੱਖ ਅੱਜ ਪੂਰੀ ਤਰ੍ਹਾਂ ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ, ਰਾਜਨੀਤਿਕ ਤੌਰ ਤੇ, ਧਾਰਮਿਕ ਤੌਰ ਤੇ ਗੁਲਾਮ ਆ। ਹੁਣ ਬੰਦੇ ਕਹਿੰਦੇ ਧਾਰਮਿਕ ਤੌਰ ਤੇ ਕਿਵੇਂ ਗੁਲਾਮ ਆ? ਅਸੀਂ ਸਾਰੇ ਕਰਮ ਕਰਕੇ, ਅਸੀਂ ਮੁੰਦਰੀ ਦੀ ਰਸਮ ਸਿੱਖਾਂ ਦੀ ਨਹੀਂ, ਉਹ ਅੰਗਰੇਜ਼ਾਂ ਦੀ ਕਰਕੇ, ਚੁੰਨੀ ਦੀ ਰਸਮ ਸਿੱਖਾਂ ਦੀ ਨਹੀਂ, ਉਹ ਬ੍ਰਾਹਮਣਾਂ ਦੀ ਰਸਮ ਕਰਕੇ, ਤੇ ਕਲਗੀ ਲਾ ਕੇ ਅਸੀਂ 2-4 ਘੰਟੇ ਕਲਗੀ ਲਾ ਕੇ ਤੇ ਹੌਲੀ ਜਿਹੀ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਸਿੱਟਦੇ ਵੀ ਆ ਤੂਲ ਪੁਰਤਲਾ। ਹੁਣ ਇਹ ਸਾਡੀ ਤਰਾਸਦੀ ਆ। ਅਸੀਂ ਡੇਰਿਆਂ ਵਿੱਚ ਫਸ ਗਏ, ਸਾਨੂੰ ਟੋਕਰੀਆਂ ਚੁਗਾਉਣ ਵਾਲੇ ਰੱਖਿਆ ਵੀ ਆ ਕਰਨੀਆਂ। ਬੰਦਾ ਸਿੰਘ ਬਹਾਦਰ ਪਾਸ ਕੋਈ ਵੱਡੀ ਫੌਜ ਨਹੀਂ ਸੀਗੀ, ਕੋਈ ਵੱਡੀ ਫੌਜ ਨਹੀਂ ਸੀ, ਨਾ ਉਸ ਕੋਲ ਸਕਿੱਲ ਸੀ। ਉਹਦੇ ਕੋਲ ਕੀ ਸੀ? ਸਵੈ ਮਾਣ, ਅਣਖ ਤੇ ਗੁਰੂ ਦੀ ਬਖਸ਼ਿਸ਼ ਤੇ ਧੀਰ। ਬੰਦਾ ਸਿੰਘ ਬਹਾਦਰ ਨੇ ਕਿੰਨੀ ਤਕੜੀ ਸਲਤਨਤ ਨੂੰ ਤਹਿਸ ਕਰ ਦਿੱਤਾ। ਕਿਸ ਤਰੀਕੇ ਨਾਲ ਉਹਨੂੰ ਕੋਲ ਅਣਖ, ਸਵੈ ਮਾਣ ਤੇ ਅਣਖ ਸੀ। ਸਾਡੀ ਜਿਹੜੀ ਸਿੱਖ ਅਸੀਂ ਲੀਡਰਸ਼ਿਪ ਨੂੰ ਮੰਨ ਬੈਠੇ ਸੀ, ਉਹ ਲੀਡਰਸ਼ਿਪ ਨੇ ਸਵੈ ਅਣਖ ਹੀ ਗੁਮਾ ਲਿਆ। ਉਹਨਾਂ ਨੂੰ ਆਪਣੇ ਪਰਿਵਾਰ ਤੋਂ ਬਿਨਾਂ ਕੁਝ ਦਿਸਦਾ ਨਹੀਂ। ਇਹ ਕਾਰਨ ਸੀ ਸਾਨੂੰ ਉਲਝਾ ਦਿੱਤਾ ਕੌਮ ਨੂੰ। ਮੈਂ ਹੁਣ ਵੀ ਬੇਨਤੀ ਕਰਨੀ ਚਾਹੁੰਦਾ, ਇੱਕਾ ਬਾਣੀ ਇੱਕ ਗੁਰੂ, ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ। ਫਿਰ ਸਾਡੀ ਏਕਤਾ ਕਿਉਂ ਨਹੀਂ ਹੁੰਦੀ? ਕਿਉਂਕਿ ਅਸੀਂ ਸਾਰੇ ਇੰਜਣ ਵਾਂ, ਡੱਬੇ ਨਹੀਂ ਜੇ। ਉਹ ਅਸੀਂ ਬਣਨ ਵਾਸਤੇ ਤਿਆਰ ਨਹੀਂ, ਡੱਬੇ ਬਣਨ ਵਾਸਤੇ ਤਿਆਰ ਨਹੀਂ। ਅਸੀਂ ਇੰਜਣ ਬਣਦੇ, ਇੰਜਣ ਇੱਕ ਦੂਸਰੇ 'ਚ ਭਿੜੀ ਜਾਂਦੇ। ਉਹ ਗੌਰਮੈਂਟ ਹਿੰਦੁਸਤਾਨ ਦੀ ਕਿਸੇ ਚੀਜ਼ ਤੋਂ ਡਰਦੀ, ਉਹ ਡਰਦੀ ਕਿਤੇ ਸਿੱਖ ਇਕੱਠੇ ਨਾ ਹੋ ਜਾਣ। ਇਕੱਠੇ ਹੀ ਤਾਂ ਨਹੀਂ ਹੋ ਰਹੇ। ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿਧਾਂਤ ਦਾ ਨਹੀਂ ਪਤਾ, ਸਾਨੂੰ ਗੁਰਬਾਣੀ ਦੀ ਸਮਝ ਨਹੀਂ। ਹੁਣ ਕਈ ਗੁਰਸਿੱਖ ਕਹਿੰਦੇ ਨੇ ਕੋਈ ਲੋੜ ਹੀ ਨਹੀਂ ਰਾਜ ਦੀ, ਰਾਜ ਨਾ ਚਾਹੋ ਮੁਕਤ ਚਾਹੋ ਮਨਪ੍ਰੀਤ ਚੰਦ ਕਵਾਰੇ। ਉਹ ਕਹਿੰਦੇ ਰਾਜ ਦੀ ਲੋੜ ਹੀ ਨਹੀਂ। ਪਰ ਰਾਜ ਤੋਂ ਬਿਨਾਂ ਕੌਮਾਂ ਇੱਥੇ ਖੜੀਆਂ ਨਹੀਂ ਰਹਿ ਜਾਂਦੀਆਂ। ਕੌਮਾਂ ਇਹ ਗੁਰਬਾਣੀ ਨਹੀਂ ਜੀ, ਕੌਮਾਂ ਇੱਥੇ ਖੜੀਆਂ ਨਹੀਂ ਰਹਿ ਸਕਦੀਆਂ ਇਸ ਸ੍ਰਿਸ਼ਟੀ ਦੇ, ਜੇ ਉਹਨਾਂ ਦਾ ਰਾਜ ਭਾਗ ਨਹੀਂਗਾ। ਰਾਜ ਭਾਗ ਦੀ ਕਿਉਂ ਗੁਰਬਾਣੀ ਕਹਿੰਦਾ, ਗੁਰਬਾਣੀ ਪਾਤਸ਼ਾਹ ਨੇ ਬੜਾ ਸੁੰਦਰ ਤਰੀਕਾ ਦੱਸਿਆ। ਤਖਤ ਬਹਿ तख्त की लायक, तख्त राजा सो बहे जो तख्त लायक हुई, जिन्हीं सच पहचाना सच राजे से। यही की सरकार है, किसी का सब कोई, जिसका राज किसी का सुपना। ये है अध्यात्म मार्ग तो सारी गुरबाणी। पर सानू प्रमाण दिता मनुख तू तो सुपना नहीं लै सकदा तेरा राज भाग नहीं। हुण मनुख कहंदा मैं आजाद हाँ, मेरे तो कोई तंगी नहीं। इत्थे जदों ये मेरा काम है, मेरा फर्ज है, मेरा इष्ट कहंदा मैं अमृत वेले उठा, गुरबाणी पढ़ा, गुटका साहब लैके, जो मेरा गुटका साहब लैके रोड दिता जाएगा, पार दिता जाएगा, मेरी किरपान ठुड्डे मारे जाएंगे, मेरी दस्तार ठुड्डे मारे जाएंगे, तो मैनू राज भाग करने की सोचना पऊगा। बिल्कुल जी, तुहाडा कहण दा मतलब ये आ कि सिख कौम ने जिहड़ा पिछले समय दे उत्ते राज कीता सीगा, जिहड़े 15 साल असीं राज कीते आ वो गलत होए आ। पर हुण दी जगह जिस तरह असीं राज नूं अपने नूं सथापित करना है, तो उहदे लई सानूं सिखां नूं एक नवीं टीम जिहड़ी आ फिर दुबारा तो तैयार करनी पऊगी। सो एकता होनी जिहड़ी ओह जरूरी है। देखो जी, तुसीं अपनी चुननी आ, आजाद तुसीं दिल्ली तो लैंदे आ, क्यों लईए? असीं आजाद दी मर्जी नाल क्यों नहीं चाहिदी? सानूं दिल्ली तो क्यों इजाजत लईए? देखो जी,
ਜਿੰਨਾ ਚਿਰ ਸਿੱਖ ਕੌਮ ਦੇ ਪਦਵੰਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਿਧਾਂਤ ਅਨੁਸਾਰ ਆਪਣਾ ਜੀਵਨੀ ਢਾਲਦੇ, ਸਿਰ ਜੋੜ ਕੇ ਬਹਿੰਦੇ ਨਹੀਂ, ਦੁਸ਼ਮਣ ਨੂੰ ਸਮਝਦੇ ਨਹੀਂ, ਦੁਸ਼ਮਣ ਦੀ ਤਾਕਤ ਨੂੰ ਨਹੀਂ ਸਮਝਦੇ, ਦੁਸ਼ਮਣ ਦੀਆਂ ਚਾਲਾਂ ਜਿਹੜੀਆਂ ਮਕਾਰੀ ਚਾਲਾਂ ਉਹਨਾਂ ਨੂੰ ਨਹੀਂ ਸਮਝਦੇ। ਲੋਕਾਂ ਪਾਸ ਬਹੁਤ ਤਕੜਾ ਹਥਿਆਰ ਆ ਪੰਜਾਬ ਇਸ ਵਾਰੀ ਵਰਤਿਆ। ਉਹ ਵਰਤਿਆ ਕਿ ਪੰਜਾਬ ਦੇ ਵਿੱਚ ਲੋਕਾਂ ਨੇ ਜਿਹੜੇ 25-30 ਸਾਲ ਰਾਜ ਕਰਨਾ ਹੋਰ ਚਾਹੁੰਦੇ ਸੀ, ਜਿਹੜਾ 25-30 ਸਾਲ ਰਾਜ ਕੀਤਾ, ਲੋਕਾਂ ਨੇ ਆਪਣਾ ਉਹ ਹਥਿਆਰ ਵਰਤਿਆ ਵਾ। ਉਹ ਹਥਿਆਰ ਸੀ ਵੋਟ ਦਾ। ਚੁੱਪ ਕੀਤੇ ਵਰਤਿਆ। ਉਹਨਾਂ ਨੂੰ ਲੋਕਾਂ ਨੂੰ ਬੁਖਾਰ ਚੜਿਆ ਹੋਇਆ ਸੀਗਾ ਆਮ ਆਦਮੀ ਪਾਰਟੀ ਦਾ ਤੀਜੇ ਬਦਲ ਦਾ। ਲੋਕਾਂ ਕੋਲ ਕੋਈ ਚੁਆਇਸ ਨਹੀਂ ਸੀ, ਉਹਨਾਂ ਨੇ ਹਥਿਆਰ ਵਰਤ ਲਿਆ। ਅਸੀਂ ਉਹ ਹਥਿਆਰ ਵਰਤਣ ਦੇ ਕਾਬਲ ਨਹੀਂ। ਬਿਲਕੁਲ। ਉਹ ਕਿਸ ਤਰ੍ਹਾਂ ਕਾਬਲ ਆਪਣੇ ਫਰਾਂਸ ਸਾਹਿਬ ਕਿਸ ਤਰ੍ਹਾਂ ਉਹ ਕਾਬਲ ਕਿਸ ਤਰ੍ਹਾਂ ਸਿੱਖ ਕੌਮ ਹੋ ਸਕਦੀ ਹੈ? ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਸ਼ਾਇਦ ਸਿੱਖ ਕੌਮ ਦੇ ਉੱਤੇ ਜਿਹੜਾ ਇੱਕ ਘਾਤਕ ਹਮਲਾ ਕੀਤਾ ਗਿਆ ਆ, ਜਿਹੜਾ ਉਹਨਾਂ ਨੂੰ ਅੱਜ ਐਜੂਕੇਸ਼ਨ ਤੌਰ ਉੱਤੇ ਉਹਨਾਂ ਨੂੰ ਬੜਾ ਡਿਮੋਰਲਾਈਜ਼ ਕਰ ਦਿੱਤਾ ਗਿਆ, ਸ਼ਾਇਦ ਉਹਦੇ ਤੋਂ ਇਹ ਲੱਗ ਰਿਹਾ ਕਿ ਸ਼ਾਇਦ ਇਸ ਕਰਕੇ ਨਹੀਂ ਹੋ ਰਿਹਾ? ਨਹੀਂ, ਦੇਖੋ ਜੀ, ਇਹ ਕਮੀਆਂ ਹੁੰਦੀਆਂ ਸਾਰੀਆਂ ਕੌਮਾਂ 'ਚ ਹੁੰਦੀਆਂ, ਕੋਈ ਸ਼ੱਕ। ਪਰ ਜਿਹੜੇ ਜਦੋਂ ਅਸੀਂ ਮਿਸਲਾਂ ਦੇ ਵਿੱਚ ਸੀਗੇ, ਸਾਰੀਆਂ ਮਿਸਲਾਂ ਵੱਖਰੇ ਵੱਖਰੇ ਆਪਣੇ ਕਰਦੀਆਂ ਸੀ। ਜਦੋਂ ਕਿਤੇ ਇਕੱਠ ਹੁੰਦਾ ਸੀ ਕਿਸੇ ਤਰ੍ਹਾਂ ਦੀ ਸਮੱਸਿਆ, ਦੀਵਾਲੀ ਤੇ ਵਿਸਾਖੀ ਤੇ ਇਕੱਠੀਆਂ ਹੁੰਦੀਆਂ, ਉਹ ਪ੍ਰੋਗਰਾਮ ਲੀਕਦੀਆਂ ਸੀ। ਸਾਡਾ ਵਿਜ਼ਨ ਨਹੀਂ, ਸਾਡਾ ਪ੍ਰੋਗਰਾਮ ਹੁੰਦਾ 6 ਮਹੀਨੇ 2 ਮਹੀਨੇ ਦਾ। ਇਹ ਤਾਂ ਜਿੰਨੀ ਚਿਰ ਤੋਂ ਕੌਮ ਗੁਲਾਮ ਹੈ 20-25 ਸਾਲ ਦਾ ਵਿਜ਼ਨ ਲੈ ਕੇ ਚੱਲਣਾ ਪੈਂਦਾ ਵੀ ਕਿਹੜੇ ਤਰੀਕੇ ਨਾਲ ਸਾਨੂੰ ਇਹ ਮਾਰ ਰਹੇ ਨੇ। ਕਿਹੜੇ ਅੱਜ ਮੈਨੂੰ ਯਾਦ ਆ, ਮੈਂ 1300 ਇਹਨਾਂ ਦੀ ਬ੍ਰਾਂਚ ਦੇਖੀ ਆ, ਉਹਨਾਂ ਲੋਕਾਂ ਦੀ ਜਿਹੜੇ ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ। ਥੋੜਾ ਜਿਹਾ ਨਾ ਸਿੱਧਾ ਤੁਹਾਨੂੰ ਇਹਨਾਂ ਸਾਰੀ ਦੁਨੀਆ ਤੁਹਾਨੂੰ ਵੇਖ ਰਹੀ ਆ, ਤੁਹਾਡੇ ਮੂੰਹ ਦੇ ਉੱਤੋਂ ਸੁਣਨਾ ਚਾਹੁੰਦੇ ਅਸੀਂ ਕਿ ਇਨਡਾਇਰੈਕਟ ਤੌਰ ਉੱਤੇ ਕਹਿਣ ਦੀ ਬਜਾਏ ਅਸੀਂ ਉਹਨਾਂ ਦਾ ਸਪਸ਼ਟ ਨਾਂ ਲੈਣ ਦੀ ਮੈਨੂੰ ਜ਼ਰੂਰਤ ਨਹੀਂ। ਸਾਰੀ ਦੁਨੀਆ ਨੂੰ ਪਤਾ ਕਿ ਸਾਨੂੰ ਕਿਸ ਕੌਮ ਨੇ ਗੁਲਾਮ ਬਣਾਇਆ ਤੇ ਗੁਲਾਮ ਬਣੇ ਕਿਉਂ ਆ। ਜਿੰਨਾ ਚਿਰ ਅਸੀਂ ਇਹ ਨਹੀਂ ਸਮਝਦੇ ਵੀ ਅਸੀਂ ਗੁਲਾਮ ਬਣੇ ਕਿ ਉਹਨਾਂ ਚਿਰ ਆਜ਼ਾਦੀ ਦੀ ਲੜਾਈ ਨਹੀਂ ਲੜ ਸਕਦੇ। ਸਭ ਤੋਂ ਪਹਿਲਾਂ ਸਾਨੂੰ ਮਹਿਸੂਸ ਕਰ, ਸਾਡਾ ਪਾਣੀ ਖਤਮ ਹੋ ਗਿਆ। ਜੇ ਮਾੜਾ ਮੋਟਾ ਉਹ ਗੰਦਲਾ ਹੋ ਗਿਆ, ਖਤਮ ਹੋ ਗਿਆ, ਪੀਣ ਯੋਗ ਨਹੀਂ। ਕਿੱਦਾਂ ਦਾ ਪੰਜਾਬ ਦਾ ਪਾਣੀ ਆ, ਉਹ ਕਹਿ ਦਿੰਦੇ ਦਿੱਲੀ ਦੇ ਦੁੱਧ ਵਰਗਾ, ਉਹ ਸਾਡਾ ਪੀਣ ਯੋਗ ਨਹੀਂ ਰਿਹਾ। ਹਵਾ ਸਾਡੀ ਦੀ ਰਹੀ ਪ੍ਰਦੂਸ਼ਿਤ ਹੋ ਗਈ, ਧਰਤੀ ਸਾਡੀ ਪ੍ਰਦੂਸ਼ਿਤ ਹੀ ਨਹੀਂ ਹੋਈ, ਨਿਸ਼ੇੜੀ ਹੋ ਗਈ, ਤੇ ਸਮਾਜ ਸਾਡਾ ਪ੍ਰਦੂਸ਼ਿਤ ਹੋ ਗਿਆ। ਅੱਜ ਕੋਈ ਵੀ ਬੱਚੀ, ਕੋਈ ਵੀ ਲੜਕੀ ਬਾਹਰ ਸੇਫ ਨਹੀਂ, ਚਾਹੋ ਕਿਸੇ ਕਮਿਊਨਿਟੀ ਦੀ ਆ। ਉਹ ਕੀਤਾ ਕਿਹਨੇ ਆ? ਸਾਡੀ ਗੰਦੀ ਸੌੜੀ ਸਿਆਸਤ ਦੀ ਭੇਟ ਚੜ ਗਿਆ ਸਾਰਾ। ਕਿੰਨਾ ਸੋਹਣਾ ਕਲਚਰ, ਕਿੰਨੀ ਸੋਹਣੀ ਸੱਭਿਅਤਾ, ਸਾਰੀ ਇਹ ਭੇਟ ਚੜ੍ਹਦੀ ਕਿਉਂਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸੋਂ ਅਗਵਾਈ ਨਹੀਂ ਲਈ। ਗੁਰੂ ਗ੍ਰੰਥ ਸਾਹਿਬ ਸਾਨੂੰ ਸਾਰੀ ਅਗਵਾਈ ਬਖਸ਼ਦੇ ਨੇ। ਕਿਵ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ। ਜਦੋਂ ਸਾਨੂੰ ਪਤਾ ਲੱਗਿਆ ਸੀ ਸਚਿਆਰਾ ਸਿੱਖ ਜਿਹੜਾ ਹੋਊਗਾ ਉਹਨੂੰ ਦੁਨੀਆ ਦੀ ਕੋਈ ਤਾਕਤ ਆ ਰਹੀ ਸੀ। ਮੇਰੀ ਥੋੜੇ ਚਿਰ ਹੋ ਗਿਆ, ਮਹੀਨਾ ਗੱਲਬਾਤ ਹੋਈ ਆ ਹਾਇਰ ਅਥਾਰਟੀ ਨਾਲ। ਮੈਂ ਉਹਨਾਂ ਨੂੰ ਸਵਾਲ ਕੀਤਾ ਵੀ ਜਿਹੜਾ ਪੰਜਾਬ ਨੂੰ ਤੂੰ ਬਰਬਾਦ ਹੋਣਾ ਦੇਖਣਾ ਚਾਹੁੰਦੇ ਕਿ ਆਬਾਦ? ਉਹ ਕਹਿੰਦੇ ਆਬਾਦ। ਮੈਂ ਕਿਹਾ ਇਹ ਦੱਸੋ ਵੀ ਸਾਡਾ ਪਾਣੀ ਸਾਰਾ ਗਾਂ ਰਹਿ ਰਿਹਾ, ਪਾਣੀ ਸਾਡਾ ਖਤਮ ਹੈ, ਨਹਿਰਾਂ 'ਚ ਸਾਡੇ ਪਾਣੀ ਨਹੀਂ ਆ ਰਿਹਾ, ਕਿ ਕਿਆ ਹੋਊਗਾ? ਫਿਰ ਉਹਨਾਂ ਨੂੰ ਇੱਕ ਸਵਾਲ ਕੀਤਾ ਵੀ ਪੰਜਾਬ ਇਹ ਸ਼ਾਮਲੈਟ ਹੈ, ਇਹ ਕੀ ਹੈ? ਇੰਡੀਆ ਦੀ ਧਰਤੀ? ਕਹਿੰਦੇ ਇੰਡੀਆ ਦੀ ਧਰਤੀ ਹੈ। ਮੈਂ ਕਿਹਾ ਇੱਥੇ ਹਿਮਾਚਲ ਦਾ ਆ ਕੇ ਰਹਿ ਸਕਦਾ, ਵੋਟ ਬਣਾ ਸਕਦਾ, ਪ੍ਰਾਪਰਟੀ ਲੈ ਸਕਦਾ, ਰਾਜਸਥਾਨ ਦਾ ਲੈ ਸਕਦਾ। ਇਹ ਤੁਸੀਂ ਕਾਰਨ ਦੱਸੋ, ਪੰਜਾਬੀ ਕਿਉਂ ਨਹੀਂ ਲੈ ਸਕਦੇ? ਸਾਨੂੰ ਕਾਰਨ ਦੱਸ ਦਿਓ। ਅਸੀਂ ਇੱਕ ਉਹਨਾਂ ਨੂੰ ਸਵਾਲ ਕੀਤਾ, ਮੇਰੇ ਬੁਰੇ ਉਹਨਾਂ ਨੇ ਬਿਲਕੁਲ ਸਿਰ ਨਹੀਂ ਚੱਕਿਆ ਵੀ ਲਾਹੌਰ ਬਟਾਲੇ ਤੋਂ ਲਾਹੌਰ ਨੇੜੇ ਆ, ਕਿੰਨੀ ਦੂਰ ਆ? ਉਹ ਕਹਿੰਦੇ ਇੰਨੀ ਕਿਲੋਮੀਟਰ। ਮੈਂ ਕਿਹਾ 90 ਤੋਂ ਕਿੰਨਾ? ਕਹਿੰਦੇ ਇੰਨੇ ਕਿਲੋਮੀਟਰ। ਮੈਂ ਕਿਹਾ ਲੁਧਿਆਣੇ ਤੋਂ ਕਿੰਨਾ? ਕਹਿੰਦੇ ਇੰਨੇ ਕਿਲੋਮੀਟਰ। ਮੈਂ ਕਿਹਾ ਬਟਾਲੇ ਦੀ ਬਣੀ ਮਸ਼ੀਨ ਟੋਕਾ ਲਾਹੌਰ ਵੇਖਦਾ, 90 ਦੀ ਬਣੀ ਕੰਬਾਈਨ ਲਾਹੌਰ ਵੇਖਦੀ, ਲੁਧਿਆਣੇ ਦੀ ਸਿਲਾਈ ਮਸ਼ੀਨ ਤੇ ਸਾਈਕਲ ਲਾਹੌਰ ਵੇਖਦਾ ਕਿੱਥੇ ਦੀ ਆ? ਉਹ ਕਰਾਚੀ ਥਾਣੇ ਜਾ ਕੇ ਜਾਂ ਕਾਂਗੜਾ ਥਾਣੇ ਜਾ ਕੇ ਵਾਇਆ ਕਰਾਚੀ ਆਉਂਦਾ, ਬੰਬੇ ਜਾਂ ਕਾਂਗੜਾ ਤੋਂ ਜਾ ਕੇ ਆਉਂਦਾ। ਵੀ ਉਦੋਂ ਪਾਕਿਸਤਾਨ ਚੰਗਾ, ਉਦੋਂ ਪਾਕਿਸਤਾਨ ਸੋਹਣਾ। ਜੇ ਅਸੀਂ ਕਹਿੰਦੇ ਸਾਡਾ ਬਾਰਡਰ ਖੋਲੋ, ਸਾਡੀ ਸਬਜ਼ੀ ਸਾਰੀ ਗਲ ਜਾਂਦੀ ਆ, ਇੱਥੇ ਇੱਕ ਪੈਸਾ ਨਹੀਂ ਮਿਲਦਾ, ਉਦੋਂ ਕਹਿੰਦੇ ਪਾਕਿਸਤਾਨ ਨਿਕੰਮਾ। ਕਹਿੰਦੇ ਵੀ ਸਾਡੇ ਕੋਲ ਕਿਸੇ ਗੱਲਾਂ ਦਾ ਜਵਾਬ ਨਹੀਂ ਹੈ। ਫਿਰ ਪੁੱਛਿਆ ਵੀ ਕਿਹੜੀ ਸਟੇਟ ਆ ਹਿੰਦੁਸਤਾਨ? 23 ਪਿੰਡਾਂ ਨੂੰ ਯਾਰ ਕੇ ਜਿਹੜੀ ਚੰਡੀਗੜ੍ਹ ਬਣਾਇਆ ਹੋਇਆ, ਉਹ ਚੰਡੀਗੜ੍ਹ ਸਾਡਾ ਉਹ ਤੁਸੀਂ ਖੋਲਿਆ। ਤੁਸੀਂ ਦੱਸੋ ਵੀ ਪਾਣੀ, ਅਸੀਂ ਨਹੀਂ ਕਹਿੰਦੇ ਤੁਸੀਂ ਪਾਣੀ ਨਾ ਦਿਓ, ਜਿਹਨੂੰ ਮਰਜ਼ੀ ਦਿਓ। ਸਾਡੇ ਹਰ ਖੇਤ ਨੂੰ ਤੁਹਾਡਾ ਫਰਜ਼ ਬਣਦਾ, ਜੇ ਅਸੀਂ ਇਸ ਮੁਲਕ 'ਚ ਰਹਿੰਦੇ ਹਾਂ, ਹਰ ਖੇਤ ਨੂੰ ਸਾਡਾ ਨਹਿਰੀ ਪਾਣੀ ਜਾਵੇ। ਬਾਕੀ ਲੈ ਜਾਓ, ਜੇ 24 ਘੰਟੇ ਸਾਡੇ ਪਾਣੀ ਜੋ ਨਾ ਸਾਡੇ ਪਾਣੀ ਦਾ ਮਸਲਾ, ਨਾ ਸਾਡੇ ਦੂਸਰੇ ਪੈਸਟੀਸਾਈਡ ਦਾ ਮਸਲਾ ਕੋਈ, ਤੇ ਦਵਾਈਆਂ ਕੌਣ ਲਿਆਉਂਦਾ? ਜਾਂ ਜਿਹੜੀਆਂ ਜ਼ਹਿਰੀਲੀਆਂ ਦਵਾਈਆਂ ਕੌਣ ਲਿਆਉਂਦਾ? ਕਿਸਾਨ ਨਹੀਂ ਲਿਆਉਂਦਾ। ਇਹ ਸਾਰੀਆਂ ਇੱਕ ਬਿੜੀ ਭੁਗਤ ਵਾ। ਇਹ ਪੰਜਾਬ ਨੂੰ ਘਸਿਆਰੇ ਬਣਾਉਣਾ ਰੱਖਣੀ ਚਾਹੁੰਦੀ ਆ ਸਰਕਾਰ। ਸੈਂਟਰ ਦੀ ਪਾਲਿਸੀ ਆ ਵੀ ਸਿੱਖ ਨਾ ਉੱਠਣ। ਹੁਣ ਸਿੱਖ ਸੰਘਰਸ਼ ਹੋਇਆ ਕਿਸਾਨੀ, ਉਹਨਾਂ ਨੂੰ ਪਤਾ ਲੱਗ ਗਿਆ
ਕਿ ਇਹਨਾਂ ਨੇ ਸਾਨੂੰ ਬਰਬਾਦ ਕਰਨਾ ਵਾ, ਇਹਨਾਂ ਨੇ ਸਾਡਾ ਇਹ ਜਿੱਤਿਆ। ਉਹ ਚਾਹੁੰਦੇ ਵੀ ਇਹਨਾਂ ਨੂੰ ਦਬਾ ਕੇ ਰੱਖਣਾ, ਇਹਨਾਂ ਨੂੰ ਉੱਠਣ ਹੀ ਨਹੀਂ ਦੇਣਾ ਚਾਹੁੰਦੇ। ਇਹ ਹੁਣ ਸਿੱਖਾਂ ਨੇ ਕਿੱਦਾਂ ਨਿਕਲਣਾ ਇਹ ਸੋਚਣ। ਬਿਲਕੁਲ ਜੀ, ਇਹ ਸਨ ਜੀ ਸਾਡੇ ਨਾਲ ਪਾਲ ਸਿੰਘ ਜੀ ਫਰਾਂਸ, ਜਿਨ੍ਹਾਂ ਨੇ ਬੜੇ ਸੁਚੱਜੇ ਢੰਗ ਦੇ ਨਾਲ ਇਹ ਗੱਲ ਦੱਸੀ ਹੈ ਕਿ ਸਿੱਖਾਂ ਨੇ ਆਪਣੀ ਇਸ ਮੁਸੀਬਤ ਦੇ ਵਿੱਚੋਂ ਨਿਕਲਣਾ ਕਿਸ ਤਰ੍ਹਾਂ ਆ। ਸੋ ਸਾਡੇ ਨਾਲ ਕਿਸਾਨ ਆਗੂ ਵੀ ਅੱਜ ਮੌਜੂਦ ਨੇ, ਸਾਰਾ ਬਲਦੇਵ ਸਿੰਘ ਜੀ ਸਰਸਾ, ਉਹ ਵੀ ਇੱਥੇ ਪਹੁੰਚੇ ਨੇ। ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਨੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਫਤਿਹ। ਤੁਹਾਡਾ ਸਵਾਗਤ ਹੈ ਜੀ ਅਕਾਲ ਖਾਲਸਾ ਨਿਊਜ਼ ਦੇ ਵਿੱਚ। ਤੁਸੀਂ ਅੱਜ ਇੱਥੇ ਪਹੁੰਚੇ ਹੋ। ਤੁਹਾਡੇ ਤੋਂ ਪਹਿਲਾਂ ਸਰਦਾਰ ਪਾਲ ਸਿੰਘ ਫਰਾਂਸ ਜੀ ਉਹਨਾਂ ਨੇ ਬੜੇ ਲੰਮੀ ਚੌੜੀ ਗੱਲ ਜਿਹੜੀ ਆ ਉਹ ਕੀਤੀ ਆ। ਉਹਨਾਂ ਨੇ ਕਿਸਾਨੀ ਮੁੱਦੇ ਦੀ ਗੱਲ ਕੀਤੀ। ਅੱਜ ਦੇ ਇਸ ਦਿਹਾੜੇ ਉੱਤੇ ਤੁਸੀਂ ਕੀ ਕਹੋਗੇ? ਦੇਖੋ, ਜੇ ਕਿਸਾਨੀ ਬਚੇਗੀ ਤੇ ਫਿਰ ਹੀ ਅਸੀਂ ਅੱਗੇ ਜਿਹੜਾ ਹੈ ਕੌਮ ਦੀ ਗੱਲ ਕਰ ਸਕਦੇ ਹਾਂ, ਗੁਰੂ ਦੀ ਗੱਲ ਕਰ ਸਕਦੇ ਹਾਂ, ਅਸੀਂ ਪੰਜਾਬ ਦੀ ਗੱਲ ਕਰ ਸਕਦੇ ਹਾਂ। ਤੇ ਜੇ ਕਿਸਾਨੀ ਨਾ ਬਚੀ ਤੇ ਫਿਰ ਕੁਝ ਵੀ ਨਹੀਂ। ਇਸ ਕਰਕੇ ਬੜੀ ਚੰਗੀ ਗੱਲ ਹੈ ਜਿਹੜੀ ਕਿਸਾਨੀ ਦੀ ਗੱਲ ਕਰਨੀ ਜ਼ਰੂਰੀ। ਸੋ ਜਿਹੜਾ ਜਿਸ ਤਰ੍ਹਾਂ ਅੱਜ ਤੁਸੀਂ ਇੱਥੇ ਪਹੁੰਚੇ ਹੋ ਸੁਖਦੇਵ ਸਿੰਘ ਬੱਬਰ ਜੀ ਹੁਣਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਵਾਸਤੇ। ਪਿਛਲੇ ਲੰਮੇ 7 ਸਾਲ ਹੋ ਗਏ ਆ ਕਿ ਕੋਟਕਪੂਰਾ ਕਾਂਡ ਵਾਪਰਿਆ, ਫਿਰ ਬੇਅਦਬੀ ਕਾਂਡ ਜਿਹੜੇ ਹੋਰ ਹੋਏ ਆ, ਬਰਗਾੜੀ ਕਾਂਡ ਦੇ ਵਿੱਚ ਬਰਗਾੜੀ ਕਾਂਡ ਵਾਪਰਿਆ, ਉਹਨੂੰ ਲੈ ਕੇ ਇੱਕ ਧਰਨਾ ਚੱਲ ਰਿਹਾ ਆ। ਤੇ ਉਸ ਧਰਨੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਅੱਜ 7 ਸਾਲ ਹੋ ਗਏ ਆ, ਸਰਕਾਰਾਂ ਨੇ ਸਾਨੂੰ ਕਿਸੇ ਨੇ ਵੀ ਇਨਸਾਫ ਨਹੀਂ ਦਿੱਤਾ ਤੇ ਉੱਥੇ ਬਹੁਤ ਗਿਣਤੀ ਘੱਟ ਆ, ਉਹਦੇ ਸੰਬੰਧੀ ਕੀ ਕਹਿਣਾ ਚਾਹੋ? ਦੇਖੋ, ਮੇਰੀ ਉਹਨਾਂ ਦੇ ਨਾਲ ਹਮਦਰਦੀ ਆ। ਮੈਂ 2-4 ਵਾਰ ਉੱਥੇ ਜਾ ਕੇ ਵੀ ਆਇਆ ਔਰ ਅੱਜ ਵੀ ਅਸੀਂ ਕਹਿੰਦੇ ਨੇ ਵੀ ਜਿਹੜੇ ਮਸਲੇ ਜਿਹੜੇ 327 ਰੁਪਏ ਦਾ ਅੱਡ ਚੱਲ ਰਿਹਾ, ਜਿਹੜੀ ਇਤਿਹਾਸ ਦਾ ਉਹਦਾ ਅੱਡ ਚੱਲ ਰਿਹਾ, ਇੱਥੇ ਤਾਂ ਹੀ ਮਸਲੇ ਹੱਲ ਹੋ ਸਕਦੇ ਨੇ। ਮੈਂ ਸਟੇਜ 'ਤੇ ਵੀ ਇਹ ਗੱਲ ਕਹੀ ਹੈ ਕਿ ਜੇਕਰ ਕਿਸਾਨੀ ਅੰਦੋਲਨ ਦੇ ਵਿੱਚ ਵੱਖ-ਵੱਖ ਵਿਚਾਰਧਾਰਾ ਦੇ ਲੋਕ ਇਕੱਠੇ ਹੋ ਕੇ ਮੋਦੀ ਦੀ ਧੌਣ ਚੋਂ ਕਿੱਲਾ ਕੱਢ ਸਕਦੇ ਆ ਤੇ ਫਿਰ ਅਸੀਂ ਇੱਥੇ ਪੰਜਾਬ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਆ, ਅਸੀਂ ਇਕੱਠੇ ਕਿਉਂ ਨਹੀਂ ਹੁੰਦੇ? ਇਹਦਾ ਹੱਲ ਇੱਕੋ ਇੱਕ ਸਿੱਖ ਹੈ। ਬਿਲਕੁਲ ਜੀ, ਇਸ ਜੀ ਸਾਡੇ ਨਾਲ ਸਰਦਾਰ ਬਲਦੇਵ ਸਿੰਘ ਜੀ ਸਰਸਾ, ਜਿਨ੍ਹਾਂ ਨੇ ਇੱਕ ਗੱਲ ਕੀਤੀ ਹੈ ਕਿ ਜੇ ਅਸੀਂ ਕਿਸਾਨੀ ਦੇ ਮੁੱਦੇ ਦੇ ਉੱਤੇ ਸਾਰੇ ਪਾਰਟੀਆਂ ਇਕੱਠੀਆਂ ਹੋ ਗਈਆਂ ਆ ਤੇ ਫਿਰ ਅਸੀਂ ਇੱਕ ਪੰਜਾਬ ਵਾਸਤੇ ਅਸੀਂ ਸਾਰੇ ਸਿੱਖ ਇਕੱਠੇ ਕਿਉਂ ਨਹੀਂ ਹੋ ਸਕਦੇ। ਸੋ ਇੱਥੇ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਸ਼ੁਭ ਨਾਂ ਕੀ ਹੈ ਜੀ ਆਪਣਾ? ਮੇਰਾ ਜੀ ਨਾਮ ਬਲਜੀਤ ਸਿੰਘ ਮਾਨ। ਤੇ ਤੁਸੀਂ ਕਿੱਥੋਂ ਆਏ ਜੀ? ਮੈਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਆਇਆ ਜੀ। ਜੀ। ਤੇ ਅੱਜ ਦੇ ਇਸ ਸ਼ਹੀਦੀ ਦਿਹਾੜੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਜੀ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਬਹੁਤ, ਅਕਾਲ ਤਖਤ ਚੈਨਲ ਦਾ ਬਹੁਤ ਥੈਂਕ ਯੂ ਕਰਦਾ ਕਿ ਜਿਨ੍ਹਾਂ ਨੇ ਸਾਡਾ ਇੱਥੇ ਪ੍ਰੋਗਰਾਮ ਆਏ, ਆਪਣਾ ਕੀਮਤੀ ਸਮਾਂ ਕੱਢ ਕੇ ਸ਼ੂਟ ਕੀਤਾ। ਸੋ ਸਾਡੇ ਬਲਦੇਵ ਸਿੰਘ ਜੀ ਖਾਲਸਾ ਬੱਬਰ ਜੀ ਜਿਨ੍ਹਾਂ ਦੀ ਅੱਜ ਬੜੇ ਬਰਸੀ ਆ ਮਨਾ ਰਹੇ ਆ, ਬੜੀ ਧੂਮਧਾਮ ਨਾਲ, ਬੜੀਆਂ ਸੰਗਤਾਂ ਆਈਆਂ ਨੇ। ਸੋ ਸਾਨੂੰ ਇੱਕ ਮੈਸੇਜ ਆ ਸਾਡੇ ਯੋਧਿਆਂ ਦਾ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਇਹਨਾਂ ਤੋਂ ਕੁਝ ਸਿੱਖਿਆ ਲਵੇ। ਇਹ ਸਾਡੇ ਕੌਮ ਦੇ ਯੋਧੇ ਆ, ਇਹਨਾਂ ਨੂੰ ਹਮੇਸ਼ਾ ਆਪਣੇ ਦਿਲਾਂ 'ਚ ਯਾਦ ਰੱਖੋ। ਇਹਨਾਂ ਦੇ ਜੋ ਕੰਮ ਕੀਤੇ ਹੋਏ ਆ ਉਹਨਾਂ ਦੇ ਤੁਸੀਂ ਪੂਰਨਿਆਂ ਦੇ ਚੱਲੋ। ਵਿਸ਼ੇਸ਼ ਤੌਰ ਉੱਤੇ ਅੱਜ ਦੇ ਦਿਨ ਦੇ ਵਿੱਚ ਨੌਜਵਾਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਨੌਜਵਾਨਾਂ ਨੂੰ ਤਾਂ ਮੈਂ ਇਹੀ ਸੰਦੇਸ਼ ਦੇਣਾ ਚਾਹੂੰਗਾ ਜੀ ਕਿ ਨਸ਼ੇ ਛੱਡ ਕੇ ਤੇ ਗੁਰੂ ਵਾਲੇ ਹੋ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਤੇ ਆਪਣੇ ਜਿਹੜੇ ਯੋਧੇ ਆ ਜਿਨ੍ਹਾਂ ਨੇ ਕੁਰਬਾਨੀਆਂ ਕਰਕੇ ਸਾਡੀ ਕੌਮ ਦਾ ਨਾਮ ਰੋਸ਼ਨ ਕੀਤਾ ਵਾ, ਬਿਲਕੁਲ ਜੀ, ਯੋਧੇ ਆ ਜਿਹੜੇ, ਉਹਨਾਂ ਨੂੰ ਯਾਦ ਰੱਖੋ ਤੇ ਨਸ਼ੇ ਪੱਤੇ ਛੱਡ ਦਿਓ ਤੇ ਕੌਮ ਨਾਲ ਜੁੜੋ, ਪੰਜਾਬ ਦਾ ਨਾਮ ਰੋਸ਼ਨ ਕਰੋ, ਪੰਜਾਬ ਦਾ ਨਾਮ ਰੋਸ਼ਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਜੀ ਸਾਡੇ ਨਾਲ ਨੌਜਵਾਨ ਆਗੂ ਜਿਹੜੇ ਅੰਮ੍ਰਿਤਸਰ ਤੋਂ ਇਸ ਬਰਸੀ ਸਮਾਗਮ ਦੇ ਵਿੱਚ ਪਹੁੰਚੇ ਨੇ, ਜਿਨ੍ਹਾਂ ਨੇ ਅੱਜ ਦੇ ਇਸ ਦਿਹਾੜੇ ਦੇ ਉੱਤੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ਤੇ ਅਪੀਲ ਕੀਤੀ ਆ ਕਿ ਉਹ ਗੁਰੂ ਦੇ ਲੜ ਲੱਗਣ ਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਏਕੇ ਦੇ ਵਿੱਚ ਆਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।